Dear students, ਅੱਜ ਦੇ ਲੈਕਚਰ ਦੇ ਲਰਨਿੰਗ ਆਬਜੈਕਟਿਵਸ ਹੋਣਗੇ what is simple harmonic motion. We shall differentiate between periodic motions and vibratory motions. Also, ਵਾਈਬ੍ਰੇਸ਼ਨ ਤੇ oscillation ਦੇ ਵਿੱਚ ਕੀ ਫਰਕ ਹੈ, ਇਸ ਤੋਂ ਅੱਗੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਅਸੀਂ ਸਿੰਪਲ ਹਾਰਮੋਨਿਕ ਮੋਸ਼ਨ ਨੂੰ ਕਿਵੇਂ ਵਿਜ਼ੂਅਲਾਈਜ਼ ਕਿਵੇਂ ਕਰਨਾ। ਇੱਕ ਲੇਮੈਨ ਨੂੰ ਦੱਸਣਾ ਹੋਵੇ ਵੀ SHM ਹੁੰਦਾ ਕਿਸ ਤਰ੍ਹਾਂ, ਇਸ ਤਰ੍ਹਾਂ ਦੀ ਵਿਜ਼ੂਅਲਾਈਜੇਸ਼ਨ ਅਸੀਂ ਇੱਕ ਸਰਕੂਲਰ ਮੋਸ਼ਨ ਦੇ ਵਿੱਚ ਕੋਈ ਪਾਰਟੀਕਲ ਹੋਏਗਾ, ਅਸੀਂ ਉਹਦੇ ਪਰਪੈਂਡੀਕੂਲਰਸ ਨੂੰ ਡਰਾ ਕਰਾਂਗੇ, ਫੁੱਟ ਆਫ ਪਰਪੈਂਡੀਕੂਲਰਸ ਨੂੰ ਲੋਕੇਟ ਕਰਾਂਗੇ ਔਨ ਦਾ ਡਾਇਆਮੈਟ੍ਰਿਕ ਐਕਸਿਸ। ਅਸੀਂ ਉੱਥੋਂ ਦੱਸਾਂਗੇ ਕਿਸ ਤਰ੍ਹਾਂ ਉਹ ਜਿਹੜੇ ਪ੍ਰੋਜੈਕਸ਼ਨਸ ਨੇ they just represent a kind of SHM, simple harmonic motion. ਅਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਟੂ ਐਂਡ ਫਰੋ ਮੋਸ਼ਨ ਹੈ ਉਹਨੂੰ ਹਾਰਮੋਨਿਕ ਮੋਸ਼ਨ ਕਿਉਂ ਕਿਹਾ ਜਾਂਦਾ ਹੈ। SHM ਦੇ ਪਿੱਛੇ ਕਾਰਨ ਕੀ ਹੈ, what is the cause of to and fro, which is a physical quantity which compel the particle to move to and fro. ਕਿਉਂਕਿ ਆਬਜੈਕਟ ਮੋਸ਼ਨ ਦੇ ਵਿੱਚ ਇਹਦੀ ਵੈਲੋਸਿਟੀ ਹੋਏਗੀ ਕੋਈ, ਕਿਉਂਕਿ ਆਬਜੈਕਟ ਆਪਣੀ ਡਾਇਰੈਕਸ਼ਨ ਬਦਲ ਰਿਹਾ, therefore motion must be an accelerated. ਇਸ ਕਰਕੇ ਜਿਹੜਾ SHM ਹੈ, ਜਿਹੜਾ ਟੂ ਐਂਡ ਫਰੋ ਮੋਸ਼ਨ ਹੈ, ਇਟ ਇਜ਼ a kind of accelerated motion. ਇਸ ਕਰਕੇ ਇਹ ਜਿਹੜਾ ਆਬਜੈਕਟ ਹੋਏਗਾ, ਜਿਹੜਾ ਟੂ ਐਂਡ ਫਰੋ ਮੂਵਮੈਂਟ ਦੇ ਵਿੱਚ ਹੋਏਗਾ, ਜਿਹਦੇ ਮੋਸ਼ਨ ਨੂੰ ਅਸੀਂ ਸਿੰਪਲ ਹਾਰਮੋਨਿਕ ਮੋਸ਼ਨ ਡਿਸਕ੍ਰਾਈਬ ਕਰਕੇ ਅਸੀਂ ਜਿਸ ਦੀ ਗੱਲ ਕਰ ਰਹੇ ਹਾਂ, ਉਹਦੀ ਅਸੀਂ ਵੈਲੋਸਿਟੀ ਫਾਈਂਡ ਕਰਾਂਗੇ। ਉਹਦੇ ਲਈ ਇੱਕ ਐਕਸਲਰੇਸ਼ਨ ਲਈ ਅਸੀਂ ਇੱਕ ਐਕਸਪ੍ਰੈਸ਼ਨ ਡਰਾਈਵ ਕਰਾਂਗੇ। ਇਹਨਾਂ ਡਿਸਪਲੇਸਮੈਂਟ, ਵੈਲੋਸਿਟੀ ਅਤੇ ਐਕਸਲਰੇਸ਼ਨ ਦੇ ਵਿੱਚ ਅਸੀਂ ਇੱਕ ਰਿਲੇਸ਼ਨ ਵੀ ਐਸਟੈਬਲਿਸ਼ ਕਰਾਂਗੇ। ਦੈਨ ਇਸ ਤੋਂ ਅਗਲੀ ਜਿਹੜਾ ਸਾਡਾ ਲਰਨਿੰਗ ਆਬਜੈਕਟਿਵ ਹੋਏਗਾ ਕਿ ਮਕੈਨੀਕਲ ਇੱਕ ਸਾਡੇ ਕੋਲੇ ਔਸੀਲੇਟਰ ਹੋਏਗਾ। ਇਟ ਵਿਲ ਬੀ ਟੇਕਨ ਐਜ਼ ਐਨ ਐਗਜ਼ਾਮਪਲ ਆਫ ਸਿੰਪਲ ਹਾਰਮੋਨਿਕ ਮੋਸ਼ਨ। ਅਸੀਂ ਉਹਦੀ ਡਿਫਰੈਂਸ਼ੀਅਲ ਇਕੁਏਸ਼ਨ ਪਤਾ ਕਰਾਂਗੇ, ਹਾਊ SHM of a mechanical oscillator can be represented mathematically। ਅਸੀਂ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਬਣਾਵਾਂਗੇ ਜਿਹੜੀ ਸੈਕੰਡ ਆਰਡਰ ਦੀ ਹੋਏਗੀ। ਫਿਰ ਉਸ ਇਕੁਏਸ਼ਨ ਦਾ ਅਸੀਂ ਸੋਲਿਊਸ਼ਨ ਲੱਭਣ ਦੀ ਕੋਸ਼ਿਸ਼ ਕਰਾਂਗੇ ਅਤੇ ਦੱਸਾਂਗੇ ਵੀ ਕਿ ਜਿਹੜਾ ਮਕੈਨੀਕਲ oscillator ਹੈ, it is a kind of simple harmonic motion. Motion of a mechanical oscillator is a kind of SHM. ਸ਼ੁਰੂ ਕਰਨ ਤੋਂ ਪਹਿਲਾਂ we need to understand various kinds of motion. ਜਦੋਂ ਵੀ ਕੋਈ ਆਬਜੈਕਟ ਅਸੀਂ ਓਬਜ਼ਰਵ ਕਰਦੇ ਹਾਂ, ਜਦੋਂ ਵੀ ਸਾਡੀ ਜਿਹੜੀ ਨਿਗਾਹ ਕਿਸੇ ਆਬਜੈਕਟ 'ਤੇ ਪੈਂਦੀ ਹੈ, that object either may lie in rest state or may be found in the motion state. ਕਿਉਂਕਿ ਦੋ ਹੀ ਤਾਂ ਸਟੇਟਸ ਹੋ ਸਕਦੇ ਨੇ ਕਿਸੇ ਵੀ ਆਬਜੈਕਟ ਦੀਆਂ। ਕੋਈ ਵੀ ਆਬਜੈਕਟ ਜਾਂ ਉਹ ਰੈਸਟ ਸਟੇਟ ਦੇ ਵਿੱਚ ਹੋਏਗਾ ਜਾਂ ਫਿਰ ਉਹ ਮੋਸ਼ਨ ਸਟੇਟ ਦੇ ਵਿੱਚ ਹੋਏਗਾ ਵਿਦ ਰਿਸਪੈਕਟ ਟੂ ਅਸ। ਅਸੀਂ ਦੇਖ ਰਹੇ ਹਾਂ, ਪਰ ਜ਼ਰੂਰੀ ਨਹੀਂ ਵੀ ਜਿਹੜਾ ਆਬਜੈਕਟ ਸਾਨੂੰ ਰੈਸਟ ਸਟੇਟ ਦੇ ਵਿੱਚ ਦਿਖ ਰਿਹਾ ਕਿਸੇ ਹੋਰ ਲਈ ਵੀ ਉਹ ਰੈਸਟ ਸਟੇਟ ਦੇ ਵਿੱਚ ਹੋਏਗਾ। ਫਾਰ ਐਗਜ਼ਾਮਪਲ, ਅਸੀਂ ਟਰੈਵਲ ਕਰ ਰਹੇ ਹੁੰਦੇ ਹਾਂ, ਅਸੀਂ ਟ੍ਰੇਨ ਦੇ ਕੰਪਾਰਟਮੈਂਟ 'ਚ ਬੈਠੇ ਹੁੰਦੇ ਹਾਂ। ਟ੍ਰੇਨ ਇਜ਼ ਮੂਵਿੰਗ ਫਰੋਮ ਵਨ ਸਟੇਸ਼ਨ ਟੂ another station. In midway, we observe the trees in the fields. ਜਦੋਂ ਟ੍ਰੇਨ ਜਾ ਰਹੀ ਹੁੰਦੀ ਹੈ ਤਾਂ ਜਿਹੜੇ ਸਟੈਂਡਿੰਗ ਟ੍ਰੀਜ਼ ਨੇ, ਜਿਹੜੇ ਓਬਜ਼ਰਵਰ ਨੇ, ਉਹਦੇ ਮੁਤਾਬਕ ਅਸੀਂ ਮੋਸ਼ਨ ਸਟੇਟ ਦੇ ਵਿੱਚ ਹੁੰਦੇ ਹਾਂ। ਪਰ ਸਾਡੇ ਨਾਲ ਜਿਹੜਾ ਇੱਕ ਕੋ ਪੈਸੇਂਜਰ ਹੈ, ਸਾਡੇ ਨਾਲ ਸੀਟ 'ਤੇ ਬੈਠਾ ਹੈ, ਉਹਦੇ ਮੁਤਾਬਕ ਅਸੀਂ ਆਪਣੀ ਪੋਜੀਸ਼ਨ ਉਹਦੇ ਮੁਤਾਬਕ ਚੇਂਜ ਨਹੀਂ ਕਰ ਰਹੇ ਹੁੰਦੇ। Therefore, a passenger in the compartment is in the rest state with respect to
his or her co-passenger, but his state can be said to be motion state with respect to a tree outside the compartment or a person observing the train outside the compartment. ਸੋ ਇਸ ਤਰੀਕੇ ਨਾਲ ਜਦੋਂ ਕੋਈ ਆਬਜੈਕਟ, ਜਦੋਂ ਕੋਈ ਬਾਡੀ ਮੂਵ ਕਰਦੀ ਹੈ, ਉਸ ਤੋਂ ਅਗਲੀ ਚੀਜ਼ ਆ ਜਾਂਦੀ ਹੈ ਵੀ ਮੋਸ਼ਨ ਨੂੰ ਆਬਜ਼ਰਵ ਕਿਵੇਂ ਕੀਤਾ ਜਾਂਦਾ ਹੈ। ਸਪੋਜ਼ ਮੈਂ ਆਬਜ਼ਰਵਰ ਹਾਂ, ਮੈਂ ਇੱਕ ਆਬਜੈਕਟ ਨੂੰ ਟਰੈਕ ਕਰ ਰਿਹਾ, ਮੇਰੇ ਮੁਤਾਬਕ ਉਹ ਆਬਜੈਕਟ ਮੋਸ਼ਨ ਦੇ ਵਿੱਚ ਹੈ। ਮੋਸ਼ਨ ਮੇ ਬੀ ਟਰਾਂਸਲੇਟਰੀ, ਦ ਮੋਸ਼ਨ ਮੇ ਬੀ ਰੋਟੇਟਰੀ, ਤੇ ਥਰਡ ਕਾइंड ਕਿਹੜੀ ਹੋ ਸਕਦੀ ਹੈ? ਟੂ ਐਂਡ ਫਰੋ ਮੋਸ਼ਨ। ਅਸੀਂ ਤਿੰਨਾਂ ਦੇ ਵਿੱਚ ਇੱਕ ਡਿਫਰੈਂਸ਼ੀਏਸ਼ਨ, ਅਸੀਂ ਤਿੰਨਾਂ ਦੇ ਵਿੱਚ ਇੱਕ ਡਿਸਟਿੰਕਸ਼ਨ ਦੇਖਣੀ ਹੈ। ਵੀ ਵਾਂਟ ਟੂ ਡਿਫਰੈਂਸ਼ੀਏਟ ਟਰਾਂਸਲੇਟਰੀ ਮੋਸ਼ਨ ਫਰੋਮ ਰੋਟੇਟਰੀ ਮੋਸ਼ਨ ਫਰੋਮ ਟੂ ਐਂਡ ਫਰੋ ਮੋਸ਼ਨ। ਜੇ ਅਸੀਂ ਟਰਾਂਸਲੇਟਰੀ ਮੋਸ਼ਨ ਦੀ ਗੱਲ ਕਰੀਏ, ਜਦੋਂ ਕੋਈ ਆਬਜੈਕਟ ਨੂੰ ਕਿਹਾ ਜਾਂਦਾ ਹੈ ਵੀ ਉਹ ਟਰਾਂਸਲੇਟਰੀ ਸਟੇਟ ਦੇ ਵਿੱਚ ਹੈ, ਤਾਂ ਉਹ ਆਬਜੈਕਟ ਨੂੰ ਜਿੰਨੇ ਵੀ ਪਾਰਟੀਕਲਸ ਨੇ ਬਣਾਇਆ ਹੋਇਆ, ਆਲ ਦਾ ਪਾਰਟੀਕਲਸ ਬਾਡੀ ਦੇ ਨਾਲ ਹੀ ਮੂਵ ਕਰ ਰਹੇ ਹੋਣਗੇ। ਸਪੋਜ਼ ਅਸੀਂ ਇੱਕ ਰਿਜਿਡ ਬਾਡੀ ਦੀ ਗੱਲ ਕਰ ਰਹੇ ਹਾਂ। ਰਿਜਿਡ ਬਾਡੀ ਦੇ ਅੰਦਰ ਜਿਹੜੇ ਉਹਦੇ ਕੌਨਸਟੀਚੁਐਂਟ ਪਾਰਟੀਕਲਸ ਨੇ ਵਿਦ ਰਿਸਪੈਕਟ ਟੂ ਵਨ ਅਨਦਰ, ਦੇ ਆਰ ਐਟ ਫਿਕਸਡ ਡਿਸਟੈਂਸਿਸ। ਜਦੋਂ ਉਹ ਬਾਡੀ ਮੂਵ ਕਰੇਗੀ ਤਾਂ ਸਾਰੇ ਪਾਰਟੀਕਲਸ ਮੂਵ ਕਰਨਗੇ। ਜੇ ਸਾਰੇ ਬਾਡੀ ਦੀ ਮੂਵਮੈਂਟ ਇਸ ਤਰ੍ਹਾਂ ਦੀ ਹੋਵੇ ਵੀ ਸਾਰੇ ਪਾਰਟੀਕਲ ਨੇ ਜਿਹੜੇ ਉਹਨਾਂ ਦੇ ਇਕੱਲਿਆਂ ਇਕੱਲਿਆਂ ਦਾ ਅਸੀਂ ਪਾਥ ਟਰੈਕ ਕਰੀਏ, ਜੇ ਉਹ ਸਟ੍ਰੇਟ ਲਾਈਨਸ ਨੇ, ਪੈਰਲ ਲਾਈਨਸ ਨੇ, ਤਾਂ ਉਸ ਬਾਡੀ ਦਾ ਮੋਸ਼ਨ ਕੀ ਹੋਏਗਾ? ਦੈਟ ਵਿਲ ਬੀ ਟਰਾਂਸਲੇਟਰੀ ਮੋਸ਼ਨ। ਉਸੇ ਆਬਜੈਕਟ ਨੂੰ ਅਸੀਂ ਰੋਲ ਕਰਨਾ ਸ਼ੁਰੂ ਕਰ ਦਈਏ। ਸਪੋਜ਼ ਮੇਰੇ ਹੱਥ ਦੇ ਵਿੱਚ ਪੈਨ ਹੋਵੇ, ਮੈਂ ਉਸ ਪੈਨ ਨੂੰ ਮੈਂ ਰੋਲ ਕਰ ਰਿਹਾ ਹੋਵਾਂ, ਜਾਂ ਮੇਰੇ ਹੱਥ ਦੇ ਵਿੱਚ ਇੱਕ ਚੌਕ ਹੋਵੇ, ਮੈਂ ਚੌਕ ਨੂੰ ਰੋਲ ਕਰ ਰਿਹਾ, ਆਪਣੀ ਹਥੇਲੀ ਦੇ ਉੱਪਰ ਰੋਲ ਕਰ ਰਿਹਾ, ਤਾਂ ਚੌਕ ਨੂੰ ਜਿੰਨੇ ਪਾਰਟੀਕਲਸ ਨੇ ਚੌਕ ਨੂੰ ਬਣਾਇਆ, ਉਹ ਸਾਰੇ ਦੇ ਸਾਰੇ ਜਿਹੜੇ ਪਾਰਟੀਕਲਸ ਨੇ ਉਹ ਵੀ ਰੋਲ ਕਰ ਰਹੇ ਹੋਣਗੇ, ਸਰਕੂਲਰ ਟਰੈਕਸ ਦੇ ਵਿੱਚ ਰੋਲ ਕਰ ਰਹੇ ਹੋਣਗੇ। ਜੇ ਅਸੀਂ ਇਮੈਜਿਨ ਕਰੀਏ, ਸਾਰੇ ਜਿਹੜੇ ਪਾਰਟੀਕਲਸ ਨੇ ਸਰਕਲ ਦੇ ਵਿੱਚ ਘੁੰਮ ਰਹੇ ਨੇ, ਸਾਰਿਆਂ ਦੇ ਸੈਂਟਰ ਇੱਕ ਸਟ੍ਰੇਟ ਲਾਈਨ ਤੇ ਲਾਈ ਕਰਦੇ ਹੋਣਗੇ, ਤੇ ਉਹ ਜਿਹੜੀ ਸਟ੍ਰੇਟ ਲਾਈਨ ਹੈ ਜਿਹਦੇ ਉੱਪਰ ਸਾਰੇ ਕੌਨਸਟੀਚੁਐਂਟ ਪਾਰਟੀਕਲਸ ਜਿੰਨਾ ਸਰਕਲ ਦੇ ਵਿੱਚ ਉਹ ਘੁੰਮ ਰਹੇ ਆ, ਉਹਨਾਂ ਦੇ ਸੈਂਟਰ ਲਾਈ ਕਰਦੇ ਹੋਣਗੇ, ਉਸ ਮੋਸ਼ਨ ਨੂੰ ਅਸੀਂ ਰੋਟੇਟਰੀ ਮੋਸ਼ਨ ਕਹਿੰਦੇ ਆ। ਤੇ ਜਿਸ ਸਟ੍ਰੇਟ ਲਾਈਨ ਦੀ ਅਸੀਂ ਗੱਲ ਕਰ ਰਹੇ ਹਾਂ ਵੀ ਜਿਹੜੇ ਕੌਨਸਟੀਚੁਐਂਟ ਪਾਰਟੀਕਲਸ ਜਿੰਨਾ ਸਰਕਲ 'ਚ ਘੁੰਮ ਰਹੇ ਨੇ, ਉਹ ਸਾਰੇ ਇੱਕ ਸਟ੍ਰੇਟ ਲਾਈਨ ਤੇ ਲਾਈ ਕਰਦੇ ਹੋਣਗੇ ਸੈਂਟਰਸ, ਉਹ ਸਟ੍ਰੇਟ ਲਾਈਨ ਨੂੰ ਅਸੀਂ ਐਕਸਿਸ ਆਫ ਰੋਟੇਸ਼ਨ ਕਹਾਂਗੇ। ਸਾਡੇ ਕੋਲ ਇੱਕ ਥਰਡ ਕਾइंड ਆਫ ਮੋਸ਼ਨ ਵੀ ਹੋ ਸਕਦਾ। ਅਸੀਂ ਵਿਜ਼ੂਅਲਾਈਜ਼ ਕਰੀਏ, ਦਿਮਾਗ ਦੇ ਵਿੱਚ ਇੱਕ ਪਿਕਚਰ ਬਣਾਈਏ, ਜਿਵੇਂ ਇੱਕ ਬੱਚਾ ਪੀਂਘ ਝੂਟ ਰਿਹਾ, ਇੱਕ ਪੈਂਡੂਲਮ ਸਵਿੰਗ ਕਰ ਰਿਹਾ, ਇੱਕ ਸਪਰਿੰਗ ਹੈ, ਉਹਦੇ ਨਾਲ ਇੱਕ ਮਾਸ ਅਟੈਚ ਕੀਤਾ ਹੋਇਆ, ਅਸੀਂ ਉਸ ਮਾਸ ਨੂੰ ਪ੍ਰੈਸ ਕਰਦੇ ਹਾਂ, ਜਾਂ ਉਸ ਮਾਸ ਨੂੰ ਅਸੀਂ ਐਕਸਟੈਂਡ ਕਰਦੇ ਹਾਂ, ਖਿੱਚਦੇ ਹਾਂ ਤੇ ਫਿਰ ਛੱਡਦੇ ਹਾਂ। ਇਹ ਸਾਰੀਆਂ ਐਗਜ਼ਾਮਪਲ ਦੇ ਵਿੱਚ ਜਿਹੜਾ ਬਾਡੀ ਹੈ, ਇੱਕ ਬੱਚਾ ਜਿਹੜਾ ਪੀਂਘ ਝੂਟ ਰਿਹਾ, ਇੱਕ ਪੈਂਡੂਲਮ ਜਿਹੜਾ ਆਪਣਾ ਮੋਸ਼ਨ ਐਗਜ਼ੀਕਿਊਟ ਕਰ ਰਿਹਾ, ਇੱਕ ਸਪਰਿੰਗ ਜਦੋਂ ਅਸੀਂ ਉਹਨੂੰ ਕੰਟਰੈਕਸ਼ਨ ਦੇਣ ਤੋਂ ਬਾਅਦ ਜਾਂ ਅਸੀਂ ਉਹਨੂੰ ਐਕਸਟੈਂਡ ਕਰਨ ਤੋਂ ਬਾਅਦ ਛੱਡਦੇ ਹਾਂ, ਤਾਂ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਲਗਾਤਾਰ ਇੱਕ ਡਾਇਰੈਕਸ਼ਨ 'ਚ ਨਹੀਂ ਮੂਵ ਕਰ ਰਹੀਆਂ। ਪਹਿਲਾਂ ਇੱਕ ਖਾਸ ਡਾਇਰੈਕਸ਼ਨ 'ਚ ਜਾ ਰਹੀਆਂ ਨੇ, ਇਹ ਉੱਥੋਂ ਵਾਪਸ ਆ ਰਹੀਆਂ ਨੇ ਉਸੇ ਜਗ੍ਹਾ 'ਤੇ ਜਿੱਥੋਂ ਇਹ ਚੱਲੀਆਂ ਸੀ, ਫਿਰ ਦੂਸਰੀ ਡਾਇਰੈਕਸ਼ਨ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦੀਆਂ ਨੇ। ਇਹਦਾ ਮਤਲਬ ਜਿਸ ਪੋਜੀਸ਼ਨ ਤੋਂ ਇਹ ਚੱਲੀਆਂ ਸੀ, ਉਹ ਜਿਹੜੇ ਪਾਰਟੀਕਲ ਨੇ, ਇੱਕ ਕੋਈ ਕਿਡ ਹੈ, ਇੱਕ ਬੱਚਾ ਹੈ, ਇੱਕ ਪੈਂਡੂਲਮ ਦੀ ਬੌਬ ਹੈ, ਜਾਂ ਇੱਕ ਸਪਰਿੰਗ ਨਾਲ ਮਾਸ ਅਟੈਚ ਕੀਤਾ ਹੋਇਆ,
ਉਹ ਕੁਝ ਸਮੇਂ ਲਈ ਉਸ ਪੋਜੀਸ਼ਨ ਤੋਂ ਇੱਕ ਪਾਸੇ ਨੂੰ ਜਾ ਰਹੀਆਂ ਨੇ ਤੇ ਉੱਥੋਂ ਫਿਰ ਵਾਪਸ ਉਸੇ ਪੋਜੀਸ਼ਨ ਤੇ ਆ ਰਹੀਆਂ ਨੇ। ਉਸ ਤੋਂ ਬਾਅਦ ਇੱਕ ਨਵੀਂ ਦੂਸਰੀ ਡਾਇਰੈਕਸ਼ਨ ਦੇ ਵਿੱਚ ਆਪੋਜੀਟ ਡਾਇਰੈਕਸ਼ਨ ਤੇ ਜਾ ਰਹੀਆਂ ਨੇ ਸਾਰੀਆਂ ਚੀਜ਼ਾਂ, ਫਿਰ ਉੱਥੇ ਆ ਰਹੀਆਂ ਨੇ। ਇਸ ਤਰ੍ਹਾਂ ਦੇ ਮੋਸ਼ਨ ਨੂੰ ਅਸੀਂ ਟੂ ਐਂਡ ਫਰੋ ਮੋਸ਼ਨ ਕਹਿੰਦੇ ਆ। ਦਿਸ ਟੂ ਐਂਡ ਫਰੋ ਜਾਂ ਬੈਕ ਐਂਡ ਫੋਰਥ, ਜਾਂ ਸਾਡੇ ਕੋਲ ਇੱਕ ਬੈਕ ਐਂਡ, ਇਸ ਨੂੰ ਅਸੀਂ ਬੈਕ ਐਂਡ ਫੋਰਥ ਮੋਸ਼ਨ ਵੀ ਕਹਾਂਗੇ। ਤੇ ਇਹ ਜਿਹੜਾ ਮੋਸ਼ਨ ਹੈ ਬੈਕ ਐਂਡ ਫੋਰਥ ਔਰ ਟੂ ਐਂਡ ਫਰੋ, ਇਸ ਮੋਸ਼ਨ ਨੂੰ ਅਸੀਂ ਸਿੰਪਲ ਹਾਰਮੋਨਿਕ ਮੋਸ਼ਨ ਕਹਾਂਗੇ। Therefore, we come to now simple harmonic motion। ਤੁਹਾਡੇ ਸਕਰੀਨ ਤੇ SHM ਦੀ ਡੈਫੀਨੇਸ਼ਨ ਦਿਖ ਰਹੀ ਹੈ। ਅਸੀਂ ਇਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹਾਂ। What is SHM? It is that type of motion in which a body moves to and fro, ਮਤਲਬ ਇੱਧਰ ਉੱਧਰ, about ਕਿਹਦੇ ਦੁਆਲੇ, about its mean position। ਮੀਨ ਪੋਜੀਸ਼ਨ ਕਿਹੜੀ ਹੁੰਦੀ ਹੈ? ਜਦੋਂ ਕਿਸੇ ਆਬਜੈਕਟ ਨੂੰ ਅਨਡਿਸਟਰਬਡ ਛੱਡਿਆ ਜਾਵੇ। ਕਦੋਂ ਹੋਏਗਾ? ਵੈਨ ਇਟ ਇਜ਼ ਅਲਾਉਡ ਟੂ ਰੈਸਟ। ਕੌਣ ਡਿਸਟਰਬ ਕਰਦਾ ਹੁੰਦਾ ਕਿਸੇ ਵੀ ਬਾਡੀ ਨੂੰ ਦੀ ਰੈਸਟ ਸਟੇਟ ਨੂੰ? ਕੌਣ ਡਿਸਟਰਬ ਕਰਦਾ ਹੁੰਦਾ? ਐਕਸਟਰਨਲ ਫੋਰਸ। ਇਹਦਾ ਮਤਲਬ ਜੇ ਬਾਹਰੋਂ ਕੋਈ ਇਸੇ ਫੋਰਸ ਨੂੰ ਅਸੀਂ ਨਾ ਲਾਈਏ and the body is allowed to remain in the rest state, ਜਿਹੜੀ ਪੋਜੀਸ਼ਨ ਤੇ ਉਹ ਬਾਡੀ ਲਾਈ ਕਰ ਰਹੀ ਹੈ ਉਸ ਪੋਜੀਸ਼ਨ ਨੂੰ ਅਸੀਂ ਉਸ ਸਿਸਟਮ ਦੀ ਮੇਨ ਪੋਜੀਸ਼ਨ ਕਹਾਂਗੇ। ਜਿਵੇਂ ਅਸੀਂ ਐਗਜ਼ਾਮਪਲ ਕੀਤੀ ਹੈ ਇੱਕ ਸਟੂਡੈਂਟ, ਜਾਂ ਅਸੀਂ ਇੱਕ ਕਿਡ ਦੀ ਗੱਲ ਕੀਤੀ ਸੀ, ਇੱਕ ਬੱਚੇ ਦੀ ਗੱਲ ਕੀਤੀ ਸੀ। ਉਹ ਪੀਂਘ ਤੇ ਬੈਠਾ ਹੈ, ਅਸੀਂ ਉਹਨੂੰ ਹਿਲਾ ਨਹੀਂ ਰਹੇ, ਤਾਂ ਜਿਸ ਜਗ੍ਹਾ ਤੇ ਉਹ ਬੈਠਾ ਹੋਏਗਾ, ਜਿਸ ਪੋਜੀਸ਼ਨ ਤੇ ਉਹ ਅਸੀਂ ਉਹਨੂੰ ਦੇਖ ਰਹੇ ਹੋਵਾਂਗੇ, ਦੈਟ ਪੋਜੀਸ਼ਨ ਵਿਲ ਬੀ ਦ ਮੇਨ ਪੋਜੀਸ਼ਨ। Therefore SHM ਕੀ ਹੈ? ਇਸੇ ਮੇਨ ਪੋਜੀਸ਼ਨ ਦੇ ਆਲੇ ਦੁਆਲੇ ਟੂ ਐਂਡ ਫਰੋ, ਬੈਕ ਐਂਡ ਫੋਰਥ, ਅਬਾਊਟ ਇਟਸ ਮੇਨ ਪੋਜੀਸ਼ਨ ਜਿਹੜਾ ਵੀ ਮੋਸ਼ਨ ਹੁੰਦਾ ਉਸਨੂੰ ਅਸੀਂ SHM ਕੈਟਾਗਰੀ ਦੇ ਵਿੱਚ ਰੱਖਦੇ ਹਾਂ। ਜਿਹੜੀ the body executing this kind of motion has a mean position and two extreme positions। ਅਸੀਂ ਕੁਝ ਫਿਗਰਸ ਬਣਾਈਆਂ ਨੇ। ਅਸੀਂ ਪੈਂਡੂਲਮ ਦੇ ਕੇਸ ਦੇ ਵਿੱਚ ਦੇਖ ਰਹੇ ਹਾਂ। ਪੈਂਡੂਲਮ ਇੱਥੇ ਉਦੋਂ ਰੁਕੇਗਾ when it will be allowed to rest। therefore ਆ ਜਿਹੜੀ ਪੋਜੀਸ਼ਨ ਹੈ ਇਸ ਪੈਂਡੂਲਮ ਦੀ, ਇਸ ਬੌਬ ਦੀ ਹੀ ਮੇਨ ਪੋਜੀਸ਼ਨ ਹੈ। ਜਦੋਂ ਅਸੀਂ ਇਹਨੂੰ ਡਿਸਟਰਬ ਕੀਤਾ, ਇਸ ਮੀਨ ਦੇ ਦੋਨੇ ਪਾਸੇ ਟੂ ਐਂਡ ਫਰੋ ਮੂਵ ਕਰੇਗੀ, ਤਾਂ ਦੋ ਪੋਜੀਸ਼ਨਸ ਤੋਂ ਇਹ ਵਾਪਸ ਮੀਨ ਵੱਲ ਆਉਣਾ ਆਵੇਗੀ, ਮੁੜੇਗੀ ਦੋ ਪੋਜੀਸ਼ਨ ਤੋਂ। ਜਿੰਨਾ ਪੋਜੀਸ਼ਨ ਤੋਂ ਉਹ ਮੁੜ ਰਹੀ ਹੈ, ਇੱਕ ਆਹ ਪੋਜੀਸ਼ਨ ਹੈ ਤੇ ਦੂਸਰੀ ਆਹ ਪੋਜੀਸ਼ਨ ਹੈ। ਇਹਨਾਂ ਤੋਂ ਬਾਡੀ ਬੌਬ ਰਿਟਰਨ ਕਰਦੀ ਹੈ ਟੁਵਾਰਡ ਇਸ ਮੇਨ ਪੋਜੀਸ਼ਨ। ਪਹਿਲਾਂ ਜਾ ਰਹੀ ਹੁੰਦੀ ਹੈ ਪਰ ਇਸ ਤੋਂ ਅੱਗੇ ਨਹੀਂ ਜਾ ਸਕਦੀ, ਵੱਧ ਤੋਂ ਵੱਧ ਇੱਥੇ ਜਾ ਰਹੀ ਹੈ, ਦੂਸਰੇ ਪਾਸੇ ਵੱਧ ਤੋਂ ਵੱਧ ਇੱਥੇ ਜਾ ਰਹੀ ਹੈ। ਇਸ ਕਰਕੇ ਇਹਨਾਂ ਨੂੰ ਐਕਸਟ੍ਰੀਮਿਟੀਜ਼ ਬੋਲਦੇ ਹਾਂ, ਜਾਂ ਅਸੀਂ ਵੀ ਐਕਸਟ੍ਰੀਮ ਪੋਜੀਸ਼ਨਸ ਨੇ ਜਿਹੜੀ ਬੌਬ ਅਜ਼ਿਊਮ ਕਰ ਸਕਦੀ ਹੈ, ਲੈ ਸਕਦੀ ਹੈ। ਆਫਕੋਰਸ ਇਹ ਜਿਹੜੀਆਂ ਪੋਜੀਸ਼ਨਸ ਨੇ, ਜਿੰਨੀ ਫੋਰਸ ਨਾਲ ਅਸੀਂ ਇੱਥੋਂ ਡਿਸਟਰਬ ਕਰਾਂਗੇ, ਇਹਨੂੰ ਫੋਰਸ ਲਾਵਾਂਗੇ, ਇਹ ਪੋਜੀਸ਼ਨਸ ਉਹਨਾਂ 'ਤੇ ਨਿਰਭਰ ਕਰੇਗੀ। Therefore ਇੱਕ ਆਬਜੈਕਟ, ਇੱਕ ਬਾਡੀ ਜਿਹੜੀ ਟੂ ਐਂਡ ਫਰੋ ਮੋਸ਼ਨ ਦੇ ਵਿੱਚ ਹੈ, ਉਹਦੀ ਇੱਕ ਮੇਨ ਪੋਜੀਸ਼ਨ ਹੋਏਗੀ ਤੇ ਦੋ ਦੀਆਂ ਐਕਸਟ੍ਰੀਮ ਪੋਜੀਸ਼ਨਸ ਹੋਣਗੀਆਂ। ਆ ਸਾਡੇ ਕੋਲ ਇੱਕ ਸਪਰਿੰਗ ਦੀ ਇੱਕ ਫਿਗਰ ਬਣਾਈ ਹੋਈ ਹੈ। ਇੱਕ ਨਾਰਮਲ ਲੈਂਥ ਦੇ ਵਿੱਚ ਸਪਰਿੰਗ ਪਿਆ, ਇੱਕ ਕੁਝ ਮਾਸ ਅਟੈਚ ਕੀਤਾ ਹੋਇਆ, ਅਸੀਂ ਹੌਰੀਜ਼ੌਂਟਲ ਓਰੀਐਂਟੇਸ਼ਨ ਦਿਖਾਈ ਹੋਈ ਹੈ। ਇੱਥੇ ਉਸੇ ਸਪਰਿੰਗ ਦੀ ਅਸੀਂ ਵਰਟੀਕਲ ਓਰੀਐਂਟੇਸ਼ਨ ਦਿਖਾਈ ਹੋਈ ਹੈ। ਇਸ ਸਪਰਿੰਗ ਨੂੰ ਅਸੀਂ ਕਿਸੇ ਸਰਫੇਸ ਤੇ ਪਲੇਸ ਕੀਤਾ ਹੋਇਆ, ਸਪੋਜ਼ ਅਸੀਂ ਕਿਸੇ ਟੇਬਲ ਤੇ ਰੱਖਿਆ ਹੋਇਆ, ਇੱਥੇ ਅਸੀਂ ਕਿਸੇ ਸਸਪੈਂਸ਼ਨ ਪੁਆਇੰਟ ਤੋਂ ਉਹਨੂੰ ਲਟਕਾਇਆ ਹੋਇਆ ਕਿਤੋਂ ਜਗ੍ਹਾ ਤੋਂ। ਜਦੋਂ ਵੀ ਅਸੀਂ ਫੋਰਸ ਥੋੜ੍ਹੀ ਲਾਈਏ, ਮੰਨ ਲਓ ਐਕਸਟੈਂਡ ਕਰ ਦਿੰਦੇ ਹਾਂ, ਇਸ ਮਾਸ ਨੂੰ ਇੱਥੇ ਲੈ ਆਏ, ਸਪਰਿੰਗ ਐਕਸਟੈਂਡ ਹੋ ਜਾਏਗਾ। ਜਦੋਂ ਅਸੀਂ ਜਿਹੜੀ ਫੋਰਸ ਨਾਲ ਇਹਨੂੰ ਡਿਫਾਰਮ ਕੀਤਾ, ਸਪਰਿੰਗ ਦੀ ਜਿਹੜੀ ਲੈਂਥ ਆ ਅਸੀਂ ਡਿਫਾਰਮ ਕੀਤਾ ਹੈ, ਐਕਸਟਰਨਲ ਫੋਰਸ ਜਦੋਂ ਅਸੀਂ ਵਿਦਡਰਾ ਕਰਾਂਗੇ, ਉਤਾਰ ਲਾਂਗੇ ਸਿਸਟਮ ਤੋਂ, ਸਪਰਿੰਗ ਦੇ ਤੋਂ, ਤਾਂ ਇਹ ਮਾਸ ਕੁਦਰਤੀ ਹੈ, ਸਾਡੀ ਕਾਮਨ ਸੈਂਸ ਪ੍ਰਵੇਲ ਕਰਦੀ ਹੈ, ਸਾਨੂੰ ਗਾਈਡ ਕਰਦੀ ਹੈ ਵੀ ਜਿਹੜਾ ਸਪਰਿੰਗ ਹੈ ਇਹ ਆਪਣੀ ਮੀਨ ਵੱਲ ਨੂੰ ਜਾਏਗਾ।
ਉੱਥੋਂ ਫਿਰ ਇਹ ਸਪਰਿੰਗ ਡਿਊ ਟੂ ਇਨਰਸ਼ੀਆ ਆਫ ਮੋਸ਼ਨ ਕਰਕੇ ਓਵਰਸ਼ੂਟ ਕਰ ਜਾਏਗਾ, ਫਿਰ ਕੰਟਰੈਕਸ਼ਨ ਸ਼ੁਰੂ ਹੋ ਜਾਏਗੀ, ਫਿਰ ਵਾਪਸ ਇਧਰ ਨੂੰ ਆਏਗਾ। ਦੇਅਰਫੋਰ ਦਿਸ ਮੋਸ਼ਨ ਇਜ਼ ਅਗੇਨ ਟੂ ਐਂਡ ਫਰੋ ਮੋਸ਼ਨ। ਜਿੰਨਾ ਪੋਜੀਸ਼ਨ ਤੋਂ ਇਹ ਮਾਸ ਮੁੜਦਾ ਹੈ, ਰਿਟਰਨ ਬੈਕ ਕਰਦਾ ਹੈ, ਮੰਨ ਲਓ ਇੱਕ ਪੋਜੀਸ਼ਨ ਇੱਥੋਂ ਰਿਟਰਨ ਕਰਦਾ ਹੈ, ਕੰਟਰੈਕਸ਼ਨ ਹੋਣ ਤੋਂ ਬਾਅਦ ਇੱਥੋਂ ਰਿਟਰਨ ਕਰਦਾ ਹੈ, ਉਹ ਦੋਨੇ ਪੋਜੀਸ਼ਨਸ ਇਸ ਸਪਰਿੰਗ ਦੀਆਂ ਕੀ ਹੋਣਗੀਆਂ, ਐਕਸਟ੍ਰੀਮ ਪੋਜੀਸ਼ਨਸ ਹੋਣਗੀਆਂ। ਤੇ ਜਿੱਥੇ ਇਹ ਆਪਣੀ ਰੈਸਟ ਸਟੇਟ ਦੇ ਵਿੱਚ ਇਨ ਦਾ ਐਬਸੈਂਸ ਆਫ ਐਨੀ ਐਕਸਟਰਨਲ ਫੋਰਸ ਇਹ ਲਾਈ ਕਰਦਾ, ਉਹਦੀ ਮੇਨ ਪੋਜੀਸ਼ਨ ਹੋਏਗੀ। ਸੋ ਕੁਝ ਐਗਜ਼ਾਮਪਲਸ ਨੇ, ਮੋਸ਼ਨ ਆਫ ਪੈਂਡੂਲਮ, ਸਟ੍ਰੈਚ ਕੀਤਾ ਸਪਰਿੰਗ ਆਰ ਐਗਜ਼ਾਮਪਲਸ ਆਫ ਟੂ ਐਂਡ ਫਰੋ ਟਾਈਪ ਆਫ ਮੋਸ਼ਨ ਐਂਡ ਹੈਂਸ these are the examples of simple harmonic motion। ਜਿਹੜਾ SHM ਹੈ ਇੱਕ ਪੀਰੀਓਡਿਕ ਮੋਸ਼ਨ ਹੈ, ਕਿਉਂਕਿ ਪੀਰੀਓਡਿਕ ਮੋਸ਼ਨ ਕਿਹੜਾ ਮੋਸ਼ਨ ਹੁੰਦਾ ਹੈ ਜਿਹਦੇ ਵਿੱਚ ਕੋਈ ਮੋਸ਼ਨ ਰਿਪੀਟ ਕਰੇ, ਰੈਪੀਟੇਸ਼ਨਸ ਹੋਣ। ਰੈਪੀਟੇਸ਼ਨ ਕਿਹਦੀਆਂ, ਇੱਕ ਕੁਦਰਤੀ ਵਰਤਾਰਾ ਉਸ ਤਰ੍ਹਾਂ ਦੀ ਚੀਜ਼ ਦੀ ਰੈਪੀਟੇਸ਼ਨ ਅਸੀਂ ਰੈਪੀਟੇਸ਼ਨ ਬੋਲਦੇ ਹਾਂ। ਜਿਵੇਂ ਅਸੀਂ ਕਾਲਜ ਆਉਣਾ, ਸਾਡੀ 9 ਵਜੇ ਕਲਾਸ ਹੁੰਦੀ ਹੈ, ਸਾਡਾ ਇੱਕ ਸ਼ਡਿਊਲ ਹੁੰਦਾ, 5 ਵਜੇ ਅਸੀਂ ਘਰ ਜਾਂਦੇ ਹਾਂ, ਤਾਂ ਅਗਲੇ ਦਿਨ ਫਿਰ ਇਹੀ ਵਰਤਾਰਾ ਸ਼ੁਰੂ ਹੋ ਜਾਂਦਾ, ਰੈਪੀਟੇਸ਼ਨਸ। ਕਾਲਜ ਆਉਣਾ, ਕਲਾਸਿਸ ਲਗਾਉਣੀਆਂ, ਵਾਪਸ ਜਾਣਾ, ਤਾਂ ਇੱਕ ਪੰਜਾਬੀ ਦੇ ਵਿੱਚ ਨੂੰ ਅਵਿਰਤੀ ਬੋਲਦੇ ਆ। ਜਿਹਦਾ ਕੁਝ ਟਾਈਮ ਪੀਰੀਅਡ ਹੈ, ਕੁਝ ਟਾਈਮ ਬਾਅਦ ਉਹੀ ਚੀਜ਼ਾਂ ਦਾ ਦੁਬਾਰ ਤੋਂ ਘਟਣਾ ਸ਼ੁਰੂ ਹੋ ਜਾਂਦਾ ਹੈ, ਐਗਜੀਕਿਊਸ਼ਨ ਸ਼ੁਰੂ ਹੋ ਜਾਂਦੀ ਹੈ। ਕੁਝ ਫਿਕਸ ਪੀਰੀਅਡ ਤੋਂ ਬਾਅਦ ਜਿਹੜਾ ਵੀ ਮੋਸ਼ਨ ਰਿਪੀਟ ਹੋ ਰਿਹਾ ਉਸ ਨੂੰ ਅਸੀਂ ਪੀਰੀਓਡਿਕ ਮੋਸ਼ਨ ਕਹਿੰਦੇ ਹਾਂ। ਹੋਰ ਐਗਜ਼ਾਮਪਲ ਕੀ ਹੋ ਸਕਦੀ ਹੈ, ਸੂਰਜ ਦੇ ਦੁਆਲੇ ਧਰਤੀ ਦੇ ਘੁੰਮਣ ਨੂੰ, revolution of earth around sun, rotation of earth around its own axis, revolution of moon around earth। ਇਹ ਕੁਝ ਐਗਜ਼ਾਮਪਲਸ ਨੇ। ਜਿਵੇਂ ਮੂਨ ਹੈ, 28 ਦਿਨਾਂ ਦੇ ਬਾਅਦ 28 ਦਿਨਾਂ ਦੇ ਵਿੱਚ ਧਰਤੀ ਦੇ ਦੁਆਲੇ ਇੱਕ ਚੱਕਰ ਲਾ ਦਿੰਦਾ, ਫਿਰ ਉਹਦੀ ਜਰਨੀ ਉੱਥੇ ਹੀ ਪਹੁੰਚ ਜਾਂਦਾ। ਇਸ ਤਰ੍ਹਾਂ ਅਰਥ ਹੈ, ਸੂਰਜ ਦੇ ਦੁਆਲੇ ਘੁੰਮ ਰਹੀ ਹੈ, ਕੋਈ ਇਲੈਪਟਿਕਲ ਔਰਬਿਟ ਹੈ। ਇਹ ਅਰਥ ਇੱਥੋਂ ਕਿਸੇ ਸਮੇਂ ਸਪੋਜ਼ ਅੱਜ ਅਰਥ ਦੀ ਪੋਜੀਸ਼ਨ ਇੱਥੇ ਹੈ, ਦੁਬਾਰੇ ਇੱਥੇ ਕਿੱਥੋਂ ਆਏਗੀ, 365 ਦਿਨਾਂ ਦੇ ਬਾਅਦ। Therefore, a time of 365 days is the time period of revolution of earth around sun। Therefore, ਕੋਈ ਵੀ ਪੀਰੀਓਡਿਕ ਮੋਸ਼ਨ ਹੋਵੇ, ਕਿਹੜਾ ਪੀਰੀਓਡਿਕ ਮੋਸ਼ਨ ਹੁੰਦਾ, ਜਿਹੜਾ ਰਿਪੀਟ ਕਰ ਰਿਹਾ, ਜਿਹਦੀ ਰੈਪੀਟੇਸ਼ਨ ਹੋ ਰਹੀ ਹੈ। ਅਸੀਂ 3 ਤਰ੍ਹਾਂ ਦੇ ਮੋਸ਼ਨ ਦੀ ਗੱਲ ਕੀਤੀ ਹੈ ਪਹਿਲਾਂ। ਇੱਕ ਮੋਸ਼ਨ ਨੂੰ ਅਸੀਂ ਟਰਾਂਸਲੇਟਰੀ ਮੋਸ਼ਨ ਕਿਹਾ ਸੀਗਾ, ਇੱਕ ਨੂੰ ਅਸੀਂ ਰੋਟੇਟਰੀ ਮੋਸ਼ਨ ਕਿਹਾ ਸੀ, ਇੱਕ ਮੋਸ਼ਨ ਨੂੰ ਅਸੀਂ ਟੂ ਐਂਡ ਫਰੋ ਮੋਸ਼ਨ ਕਿਹਾ ਸੀਗਾ। ਜਿਹੜਾ ਟਰਾਂਸਲੇਟਰੀ ਮੋਸ਼ਨ ਹੁੰਦਾ ਹੈ ਉਹ ਕਦੇ ਵੀ ਪੀਰੀਓਡਿਕ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਆਬਜੈਕਟ ਹੈ ਲਗਾਤਾਰ ਸਾਡੇ ਤੋਂ ਦੂਰ ਹੀ ਦੂਰ ਜਾ ਰਿਹਾ ਹੋਏਗਾ, ਜਾਂ ਲਗਾਤਾਰ ਓਬਜ਼ਰਵਰ ਦੇ ਵੱਲ ਨੂੰ ਆ ਰਿਹਾ ਹੋਏਗਾ। ਇਸ ਕਰਕੇ ਜਿਹੜੀਆਂ ਪੋਜੀਸ਼ਨ ਇੱਕ ਅਜ਼ਿਊਮ ਕਰ ਲਈ, ਉਹ ਪੋਜੀਸ਼ਨ ਲਗਾਤਾਰ ਬਦਲ ਰਹੀ ਹੋਏਗੀ। ਉੱਥੇ ਅਸੀਂ ਰੈਪੀਟੇਟਿਵ ਕਾਈਂਡ ਆਫ ਨੋਮਨਕਲੇਚਰ ਦੀ ਗੱਲ ਨਹੀਂ ਕਰ ਸਕਦੇ। ਕਿੱਥੇ ਰੈਪੀਟੇਸ਼ਨਸ ਹੋ ਸਕਦੀਆਂ ਨੇ, ਜਿਹੜੀਆਂ ਦੂਸਰੇ 2 ਤਰ੍ਹਾਂ ਦੇ ਮੋਸ਼ਨ ਨੇ, ਰੋਟੇਟਰੀ ਮੋਸ਼ਨ, ਟੂ ਐਂਡ ਫਰੋ ਮੋਸ਼ਨ। ਦੋਨੇ ਜਿਹੜੇ ਮੋਸ਼ਨ ਨੇ ਦੇ ਮਸਟ ਬੀ ਪੀਰੀਓਡਿਕ ਮੋਸ਼ਨ। ਜਿਵੇਂ ਅਰਥ ਬੇਸ਼ੱਕ ਇਲਿਪਟਿਕਲ ਔਰਬਿਟ ਦੇ ਵਿੱਚ ਘੁੰਮ ਰਿਹਾ, ਪਰ ਅਸੀਂ ਇਸ ਨੂੰ ਰੋਟੇਟਰੀ ਮੋਸ਼ਨ ਕਹਿ ਸਕਦੇ ਹਾਂ। ਇਸ ਨੂੰ ਅਸੀਂ ਰੋਟੇਟਰੀ ਮੋਸ਼ਨ ਕਹਿ ਸਕਦੇ ਹਾਂ। ਰੋਟੇਟਰੀ ਮੋਸ਼ਨ ਦਾ ਸਪੈਸ਼ਲ ਕੇਸ ਹੁੰਦਾ ਸਰਕੂਲਰ ਮੋਸ਼ਨ। ਰੋਟੇਟਰੀ ਮੋਸ਼ਨ ਦਾ ਇੱਕ ਸਪੈਸ਼ਲ ਕੇਸ ਹੈ ਸਰਕੂਲਰ ਮੋਸ਼ਨ। ਕਿਹੜੇ ਮੋਸ਼ਨ ਨੂੰ ਸਰਕੂਲਰ ਕਹਾਂਗੇ, ਜਦੋਂ ਇੱਕ ਆਬਜੈਕਟ ਲਗਾਤਾਰ ਆਬਜ਼ਰਵਰ ਤੋਂ ਇੱਕ ਫਿਕਸ ਡਿਸਟੈਂਸ 'ਤੇ ਰਹਿੰਦਾ, ਇੱਕ ਕੌਨਸਟੈਂਟ ਡਿਸਟੈਂਸ 'ਤੇ ਰਹਿੰਦਾ, ਇੱਕ ਸਰਕਲ ਬਣਾਉਂਦਾ। ਕਿੰਨੀ ਡਿਸਟੈਂਸ 'ਤੇ ਰਹਿੰਦਾ, ਜਿੰਨਾ ਉਹ ਸਰਕਲ ਦਾ ਰੇਡੀਅਸ ਹੈ, ਉਹ ਉਸ ਬਾਡੀ ਦਾ ਰੋਟੇਟਰੀ ਮੋਸ਼ਨ ਹੈ। ਅਰਥ ਵੀ ਆਪਣੇ ਐਕਸਿਸ ਦੇ ਦੁਆਲੇ ਵੀ ਘੁੰਮਦੀ ਹੈ, ਉਹ ਵੀ ਰੋਟੇਟਰੀ ਮੋਸ਼ਨ ਹੈ।
जनरल ਜਿਹੜਾ ਇੱਕ ਕਨਸੈਪਚੁਅਲਾਈਜੇਸ਼ਨ ਦੀ ਅਸੀਂ ਗੱਲ ਕਰੀਏ, ਬੇਸ਼ੱਕ ਅਸੀਂ ਅਰਥ ਦਾ ਸੂਰਜ ਦੇ ਦੁਆਲੇ ਘੁੰਮਣ ਨੂੰ ਰੈਵੋਲੂਸ਼ਨ ਬੋਲਦੇ ਹਾਂ, ਰਿਵੋਲਵ ਕਰ ਰਹੀ ਹੈ, ਪਰ ਅਸੀਂ ਇਹਨੂੰ ਰੋਟੇਟਰੀ ਮੋਸ਼ਨ ਦੀ ਕੈਟਾਗਰੀ ਦੇ ਵਿੱਚ ਕੰਸੀਡਰ ਕਰ ਸਕਦੇ ਹਾਂ। ਅਸੀਂ ਇਹ ਜਿਹੜੀ ਬਾਰੀ-ਬਾਰੀ ਪੀਰੀਓਡਿਕ ਮੋਸ਼ਨ ਦੀ ਗੱਲ ਕਰ ਰਹੇ ਹਾਂ, ਅਸੀਂ ਇਸ ਕਰਕੇ ਕਰ ਰਹੇ ਹਾਂ ਇਸ ਸਟੇਜ ਤੇ, ਅਸੀਂ ਦੱਸਣਾ ਹੈ, ਅਸੀਂ ਅੰਡਰਸਟੈਂਡ ਕਰਨਾ ਚਾਹੁੰਦੇ ਹਾਂ ਵੀ ਇੱਕ ਪੀਰੀਓਡਿਕ ਮੋਸ਼ਨ ਇੱਕ ਜਨਰਲ ਟਰਮ ਹੈ, ਇੱਕ ਟੂ ਐਂਡ ਫਰੋ ਮੋਸ਼ਨ ਇੱਕ ਪਰਟੀਕੂਲਰ ਟਰਮ ਹੈ, ਇੱਕ ਸਪੈਸੀਫਿਕ ਟਰਮ ਹੈ। ਇਸ ਕਰਕੇ ਅਸੀਂ ਨੋਟ ਦਿੱਤਾ ਇੱਥੇ, all periodic motions may not be vibratory। ਇੱਥੇ ਜਿਹੜਾ ਮੈਂ ਵਾਈਬ੍ਰੇਟਰੀ ਵਰਡ ਯੂਜ਼ ਕੀਤਾ ਹੈ, ਇਹਨੂੰ ਤੁਸੀਂ ਅਜੇ ਟੂ ਐਂਡ ਫਰੋ ਸਮਝਣਾ ਹੈ। therefore all periodic motions may not be to and fro, but all to and fro motions, all vibratory motions are periodic motion। the motion of earth around sun is periodic, ਕਿਉਂਕਿ 365 ਦਿਨਾਂ ਦੇ ਵਿੱਚ ਅਰਥ ਉੱਥੇ ਫੇਰ ਆ ਜਾਂਦੀ ਹੈ, ਇੱਕ ਖਾਸ ਪੀਰੀਅਡ ਹੈ, ਇਸ ਕਰਕੇ ਪੀਰੀਓਡਿਕ ਹੈ। ਪਰ ਇਸ ਮੋਸ਼ਨ ਨੂੰ, ਅਰਥ ਦੇ ਇਸ ਮੋਸ਼ਨ ਨੂੰ ਅਸੀਂ ਟੂ ਐਂਡ ਫਰੋ ਨਹੀਂ ਕਹਿ ਸਕਦੇ, ਵਾਈਬ੍ਰੇਟਰੀ ਨਹੀਂ ਕਹਿ ਸਕਦੇ, ਔਸੀਲੇਟਰੀ ਨਹੀਂ ਕਹਿ ਸਕਦੇ। A body in vibrating state, in to and fro state, must pass through its mean position। ਕਿਉਂ ਨਹੀਂ ਕਹਿ ਸਕਦੇ? ਕਿਉਂਕਿ ਅਰਥ ਦਾ ਇੱਕ ਔਰਬਿਟ ਹੈ, ਇਹਦਾ ਜਿਹੜਾ ਮੇਨ ਕਿਤੇ ਇਸ ਪੁਆਇੰਟ ਤੇ ਲਾਈ ਕਰੇਗਾ, ਸਪੋਜ਼ ਇਸ ਪੁਆਇੰਟ ਤੇ ਲਾਈ ਕਰੇਗਾ, ਜਾਂ ਅਸੀਂ ਕਹੀਏ ਇਸ ਪੁਆਇੰਟ ਤੇ ਲਾਈ ਕਰਦਾ, ਪਰ ਕੀ ਅਰਥ ਇਸ ਔਰਬਿਟ ਦਾ ਜਿਹੜਾ ਮੀਨ ਹੈ ਕਿ ਉਹਦੇ ਵਿੱਚੋਂ ਦੀ ਕਦੇ ਪਾਸ ਕਰਦੀ ਹੈ? ਨਹੀਂ। ਇਸ ਕਰਕੇ ਜਿਹੜਾ ਟੂ ਐਂਡ ਫਰੋ ਮੋਸ਼ਨ ਹੁੰਦਾ ਹੈ, ਜਿਵੇਂ ਪੈਂਡੂਲਮ ਦਾ ਮੋਸ਼ਨ ਸੀਗਾ, ਉਹ ਟੂ ਐਂਡ ਫਰੋ ਸੀਗਾ। ਪੈਂਡੂਲਮ ਲਗਾਤਾਰ ਹਰੇਕ ਆਪਣੀ ਜਿਹੜੀ ਰੈਪੀਟੇਸ਼ਨ, ਜਦੋਂ ਜਿਹੜਾ ਰੈਪੀਟੇਟਿਵ ਮੋਸ਼ਨ ਐਗਜ਼ੀਕਿਊਟ ਕਰਦੀ ਹੈ, ਹਰੇਕ ਵਾਰ ਉਹ ਮੀਨ ਦੇ ਵਿੱਚੋਂ ਦੀ ਵਿਚਰਦੀ ਹੈ, ਮੀਨ ਦੇ ਵਿੱਚੋਂ ਦੀ ਨਿਕਲਦੀ ਹੈ। ਇਸ ਕਰਕੇ ਪੀਰੀਓਡਿਕ ਤਾਂ ਹੈ, ਪੈਂਡੂਲਮ ਦਾ ਮੋਸ਼ਨ ਪੀਰੀਓਡਿਕ ਤਾਂ ਹੈ, ਨਾਲ ਦੀ ਨਾਲ ਟੂ ਐਂਡ ਫਰੋ ਹੈ। ਇੱਥੇ ਅਰਥ ਦਾ ਮੋਸ਼ਨ ਪੀਰੀਓਡਿਕ ਹੈ ਪਰ ਟੂ ਐਂਡ ਫਰੋ ਨਹੀਂ ਹੈ। therefore ਇਹ ਵੀ ਪੀਰੀਓਡਿਕ ਹੈ, ਇਹ ਵੀ ਪੀਰੀਓਡਿਕ ਹੈ, ਪਰ ਆਹ ਜਿਹੜਾ ਪੀਰੀਓਡਿਕ ਮੋਸ਼ਨ ਹੈਗਾ ਇਹ ਵਾਈਬ੍ਰੇਟਰੀ ਨਹੀਂ ਹੈਗਾ ਜਾਂ ਟੂ ਐਂਡ ਫਰੋ ਨਹੀਂ ਹੈਗਾ। ਇਸ ਕਰਕੇ ਇਹ ਮੋਸ਼ਨ SHM ਨਹੀਂ ਹੋ ਸਕਦਾ, ਸਿੰਪਲ ਹਾਰਮੋਨਿਕ ਮੋਸ਼ਨ ਨਹੀਂ ਹੋ ਸਕਦਾ। ਸਿੰਪਲ ਹਾਰਮੋਨਿਕ ਮੋਸ਼ਨ ਲਈ ਕੀ ਸ਼ਰਤ ਜ਼ਰੂਰੀ ਹੈ? ਜਿਹੜੀ ਬਾਡੀ ਹੈ ਉਹਦਾ ਬੈਕ ਐਂਡ ਫੋਰਥ ਕਰੇਗੀ, ਟਰੈਵਲ ਮੂਵ ਕਰੇਗੀ, ਟੂ ਐਂਡ ਫਰੋ ਮੂਵ ਕਰੇਗੀ, ਤੇ ਹਰੇਕ ਵਾਰੀ ਆਪਣੀ ਮੀਨ ਦੇ ਵਿੱਚੋਂ ਦੀ ਪਾਸ ਕਰੇਗੀ। ਇਸ ਕਰਕੇ we need to understand, we shall say all periodic motions may not be vibratory। ਦੋਨੋਂ ਹੀ ਪੀਰੀਓਡਿਕ ਨੇ, ਇਹ ਵੀ ਪੀਰੀਓਡਿਕ ਹੈ, ਇਹ ਵੀ ਪੀਰੀਓਡਿਕ ਹੈ, ਪਰ ਆਹ ਜਿਹੜਾ ਪੀਰੀਓਡਿਕ ਹੈ ਇਹ ਵਾਈਬ੍ਰੇਟਰੀ ਨਹੀਂ ਹੈਗਾ, ਟੂ ਐਂਡ ਫਰੋ ਨਹੀਂ, ਕਿਉਂਕਿ ਇਹ ਆਬਜੈਕਟ ਜਿਹਨੂੰ ਅਸੀਂ ਦੇਖ ਰਹੇ ਹਾਂ ਉਹ ਮੀਨ ਚੋਂ ਨਹੀਂ ਪਾਸ ਕਰ ਰਿਹਾ। ਪਰ ਜਿਹੜਾ ਵੀ ਔਸੀਲੇਟਰੀ ਮੋਸ਼ਨ ਹੈ, ਟੂ ਐਂਡ ਫਰੋ ਹੈ, ਉਹ ਪੀਰੀਓਡਿਕ ਤਾਂ ਹੋਏਗਾ ਹੀ। ਇਸ ਕਰਕੇ ਅਸੀਂ ਲਿਖਿਆ ਬਟ ਆਲ ਵਾਈਬ੍ਰੇਟਰੀ ਮੋਸ਼ਨਸ ਆਰ ਪੀਰੀਓਡਿਕ ਮੋਸ਼ਨਸ। ਦ ਮੋਸ਼ਨ ਆਫ ਅਰਥ ਅਰਾਊਂਡ ਸਨ ਇਜ਼ ਪੀਰੀਓਡਿਕ ਬਟ ਨਾਟ ਵਾਈਬ੍ਰੇਟਰੀ। A body in vibrating state must pass through its mean position। ਅਗਲਾ ਜਿਹੜਾ ਨੋਟ ਹੈ ਇਹ ਸਾਡੀ ਹੈਲਪ ਕਰੇਗਾ ਵੀ ਅਸੀਂ ਵਾਈਬ੍ਰੇਸ਼ਨ ਇੱਕ ਟਰਮ ਹੈ ਤੇ ਇੱਕ ਔਸੀਲੇਸ਼ਨ ਟਰਮ ਹੈ, ਇਹਨੂੰ ਕਿੱਥੇ ਯੂਜ਼ ਕਰਨਾ ਹੈ। ਤੁਸੀਂ ਸੁਣਿਆ ਹੋਏਗਾ ਵੀ ਇਲੈਕਟ੍ਰਿਕ ਫੀਲਡ ਇਜ਼ ਔਸੀਲੇਟਰੀ। ਤੁਸੀਂ ਇਹ ਵੀ ਸੁਣਿਆ ਹੋਏਗਾ ਵੀ ਚਾਰਜ ਔਸੀਲੇਟ ਕਰ ਰਿਹਾ, ਇੱਕ LC ਸਰਕਟ ਹੁੰਦਾ ਹੈ, 12th ਕਲਾਸ ਦੇ ਵਿੱਚ ਤੁਸੀਂ ਪੜ੍ਹਿਆ ਹੋਏਗਾ ਵੀ ਜਦੋਂ ਅਸੀਂ ਇੱਕ ਕੈਪੈਸਿਟਰ ਨੂੰ ਚਾਰਜ ਕੀਤੇ ਕੈਪੈਸਿਟਰ ਨੂੰ ਡਿਸਚਾਰਜ ਕਰਨ ਲਈ ਅਲਾਉ ਕਰੀਏ ਬਾਈ ਕਨੈਕਟਿੰਗ ਅਕਰੋਸ ਐਨ ਇੰਡਕਟਰ, ਇੱਕ ਇੰਡਕਟੈਂਸ ਦੇ ਅਕਰੋਸ ਉਹਨੂੰ ਕਨੈਕਟ ਕਰੀਏ, ਤਾਂ ਜਿਹੜਾ ਚਾਰਜ ਹੈ ਕੈਪੈਸਿਟਰ ਤੋਂ ਘਟਣਾ ਸ਼ੁਰੂ ਹੋ ਜਾਂਦਾ। ਡਿਸਚਾਰਜ ਕਹਿੰਦੇ ਅਸੀਂ ਇਸ ਨੂੰ। ਜਿਹੜਾ ਕੈਪੈਸਿਟਰ ਹੈ ਇਟ ਸਟਾਰਟਸ ਡਿਸਚਾਰਜਿੰਗ। ਜਿਹੜੀਆਂ ਕੈਪੈਸਿਟਰ ਦੀਆਂ ਪਲੇਟਸ ਨੇ
ਉਹਨਾਂ 'ਤੇ ਚਾਰਜ ਘਟਣ ਲੱਗ ਪੈਂਦਾ ਹੈ, ਕਿਉਂਕਿ ਉਹ ਚਾਰਜ ਜਦੋਂ ਪਲੇਟਸ 'ਤੇ ਸੀ ਇੱਕ ਇਲੈਕਟ੍ਰਿਕ ਫੀਲਡ ਬਣਾਉਂਦਾ ਸੀ ਜਿਹੜਾ ਦੋਨਾਂ ਪਲੇਟਸ ਦੇ ਵਿਚਕਾਰ ਐਗਜ਼ਿਸਟ ਕਰਦਾ ਸੀ। ਜਦੋਂ ਚਾਰਜ ਘਟਣ ਲੱਗ ਪਿਆ, ਪੋਟੈਂਸ਼ੀਅਲ ਡਿਫਰੈਂਸ ਘਟਣ ਲੱਗ ਪਿਆ, ਤਾਂ ਇਲੈਕਟ੍ਰਿਕ ਫੀਲਡ ਡਿਕੇ ਹੋਣਾ ਸ਼ੁਰੂ ਹੋ ਗਿਆ। ਅਸੀਂ ਕਹਾਂਗੇ ਇਲੈਕਟ੍ਰਿਕ એનર્ਜੀ ਕਿਤੇ ਜਾ ਰਹੀ ਹੈ, ਡਿਸਅਪੀਅਰ ਹੋ ਰਹੀ ਹੈ, ਤੇ ਨਾਲ ਦੀ ਨਾਲ ਉਹ ਚਾਰਜ ਕਿਹਦੇ ਵਿੱਚੋਂ ਦੀ ਪਾਸ ਕਰ ਰਿਹਾ? ਕੋਇਲ ਦੇ ਵਿੱਚੋਂ ਦੀ। ਅਸੀਂ LC ਸਰਕਟ ਦੀ ਗੱਲ ਕਰ ਰਹੇ ਹਾਂ, ਇੰਡਕਟਰ ਦੇ ਵਿੱਚੋਂ ਦੀ ਪਾਸ ਕਰ ਰਿਹਾ। ਤਾਂ ਜਦੋਂ ਉਹ ਪਾਸ ਕਰ ਰਿਹਾ ਤਾਂ ਰੇਟ ਆਫ ਫਲੋ ਆਫ ਚਾਰਜ ਕੌਨਸਟੈਂਟ ਨਹੀਂ ਹੈਗਾ, ਚੇਂਜ ਹੋ ਰਿਹਾ। ਤਾਂ ਉਹਦੇ ਨਾਲ ਬਣਨ ਵਾਲਾ ਜਿਹੜਾ ਕਰੰਟ ਹੈ ਉਹ ਵੀ ਚੇਂਜ ਹੋ ਰਿਹਾ। ਅਸੀਂ ਕਿੱਥੇ ਦੀ ਗੱਲ ਕਰ ਰਹੇ ਹਾਂ? ਇਹ ਕਰੰਟ ਨੂੰ ਅਸੀਂ ਕਿੱਥੇ ਦਿਮਾਗ ਦੇ ਵਿੱਚ ਬਿਠਾ ਰਹੇ ਹਾਂ? LC ਸਰਕਟ, ਇੰਡਕਟਰ ਦੇ ਵਿੱਚੋਂ ਦੀ ਫਲੋ ਰਿਹਾ ਕਰੰਟ, ਇੰਡਕਟਰ ਦੇ ਵਿੱਚੋਂ ਦੀ ਕਰੰਟ ਜਿਹੜਾ ਫਲੋ ਕਰ ਰਿਹਾ ਉਹ ਚੇਂਜ ਹੋ ਰਿਹਾ। ਜੇ ਕਰੰਟ ਚੇਂਜ ਹੋ ਰਿਹਾ, ਮੈਗਨੈਟਿਕ ਫੀਲਡ ਜਿਹੜਾ ਐਸੋਸੀਏਟ ਹੋਇਆ ਕਰੰਟ ਦੇ ਨਾਲ, ਕਿਉਂਕਿ ਜਦੋਂ ਵੀ ਕਰੰਟ ਹੁੰਦਾ ਹੈ ਉਹਦੇ ਨਾਲ ਮੈਗਨੈਟਿਕ ਫੀਲਡ ਐਸੋਸੀਏਟ ਹੋਇਆ ਹੁੰਦਾ ਹੈ। ਇਹ ਕਿਹੜਾ ਲਾਅ ਦੱਸਦਾ? ਮੈਗਨੈਟਿਕ ਇਫੈਕਟ ਆਫ ਕਰੰਟ। ਜੇ ਕਰੰਟ ਡਿਕੇ ਹੋ ਰਿਹਾ ਜਾਂ ਕਰੰਟ ਗਰੋ ਕਰ ਰਿਹਾ ਤਾਂ ਮੈਗਨੈਟਿਕ ਫੀਲਡ ਵੀ ਡਿਕੇ ਜਾਂ ਗਰੋ ਕਰੇਗਾ, ਚੇਂਜ ਹੋਏਗਾ। ਫੈਰਾਡੇ ਲਾਅ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਕੀ ਕਹਿੰਦਾ ਹੈ? ਕਿਸੇ ਵੀ ਕੋਇਲ ਨਾਲ ਲਿੰਕ ਕਰਦਾ ਫਲਕਸ, ਮੈਗਨੈਟਿਕ ਫਲਕਸ ਜਦੋਂ ਚੇਂਜ ਹੋਏਗਾ ਤਾਂ EMF ਇੰਡਿਊਸ ਹੋਏਗੀ। ਇਹ ਐਗਜ਼ਾਮਪਲ ਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀਆਂ ਪਲੇਟਸ ਨੇ ਕੈਪੈਸਿਟਰ ਦੀਆਂ, LC ਸਰਕਟ ਦੇ ਅੰਦਰ ਜਿਹੜੀਆਂ ਪਲੇਟਸ ਨੇ ਉਹਨਾਂ 'ਤੇ ਜਿਹੜਾ ਚਾਰਜ ਹੈ ਕੁਝ ਸਮੇਂ ਲਈ ਡਿਕੇ ਕਰਦਾ ਹੈ। ਇਲੈਕਟ੍ਰੀਕਲ એનર્ਜੀ ਮੈਗਨੈਟਿਕ એનર્ਜੀ ਦੇ ਵਿੱਚ ਕਨਵਰਟ ਹੁੰਦੀ ਹੈ। ਕੁਝ ਸਮੇਂ ਦੇ ਬਾਅਦ ਮੈਗਨੈਟਿਕ ਫੀਲਡ એનર્ਜੀ ਡਿਕੇ ਹੁੰਦੀ ਹੈ, ਡਿਸਅਪੀਅਰ ਹੁੰਦੀ ਹੈ ਤੇ ਕਨਵਰਟ ਹੁੰਦੀ ਹੈ ਇਨਟੂ ਇਲੈਕਟ੍ਰੀਕਲ એનર્ਜੀ। ਜਦੋਂ ਰਿਵਰਸ ਟ੍ਰੈਂਡ ਸ਼ੁਰੂ ਹੁੰਦਾ ਹੈ ਉਦੋਂ ਜਿਹੜੀਆਂ ਕੈਪੈਸਿਟਰ ਦੀਆਂ ਜਿਹੜੀਆਂ ਪਲੇਟਸ ਨੇ ਦੀਵਾਰ ਤੋਂ ਚਾਰਜ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਕੁਝ ਸਮੇਂ ਲਈ ਉਹ ਡਿਸਚਾਰਜ ਹੋਇਆ, ਫਿਰ ਉਹ ਚਾਰਜ ਹੋਣਾ ਸ਼ੁਰੂ ਹੋ ਗਿਆ ਵਿਦ ਪੋਲੈਰਿਟੀ ਆਪੋਜਿਟ। ਜਿਹੜੀ ਪਲੇਟ 'ਤੇ ਪੋਜ਼ਿਟਿਵ ਚਾਰਜ ਸੀ ਉੱਥੇ ਹੁਣ ਨੈਗੇਟਿਵ ਚਾਰਜ ਬਣਨਾ ਸ਼ੁਰੂ ਹੋ ਜਾਏਗਾ। ਇਹਦਾ ਮਤਲਬ ਅਸੀਂ ਕੀ ਸੋਚ ਰਹੇ ਹਾਂ? ਅਸੀਂ ਕੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਚਾਰਜ ਕੁਝ ਸਮੇਂ ਲਈ ਇੱਕ ਪਲੇਟ 'ਤੇ ਪੋਜ਼ਿਟਿਵ ਸੀਗਾ, ਉਹਦਾ ਮੈਗਨੀਚਿਊਡ ਘਟਿਆ, ਉਦੋਂ ਬਾਅਦ ਚਾਰਜ ਵਧਣਾ ਸ਼ੁਰੂ ਹੋ ਗਿਆ, ਕੈਪੈਸਿਟਰ ਚਾਰਜ ਦਾ ਜਿਹੜਾ ਚਾਰਜਿੰਗ ਹੋਣੀ ਸ਼ੁਰੂ ਹੋ ਗਈ। ਪਰ ਕਿਵੇਂ? ਜਿਹੜੀ ਪਲੇਟ 'ਤੇ ਪਹਿਲਾਂ ਪੋਜ਼ਿਟਿਵ ਚਾਰਜ ਸੀ ਹੁਣ ਉਸ ਪਲੇਟ 'ਤੇ ਕਿਹੜਾ ਚਾਰਜ ਆਉਣਾ ਸ਼ੁਰੂ ਹੋ ਗਿਆ? ਨੈਗੇਟਿਵ ਚਾਰਜ। ਅਸੀਂ ਇਸ ਚੀਜ਼ ਨੂੰ ਕਹਿੰਦੇ ਹਾਂ ਵੀ ਜਿਹੜਾ ਚਾਰਜ ਹੈ ਕੈਪੈਸਿਟਰ 'ਤੇ ਔਸੀਲੇਟ ਕਰ ਰਿਹਾ, ਚਾਰਜ ਇਜ਼ ਔਸੀਲੇਟਿੰਗ। ਤੇ ਅਸੀਂ ਸਿਰਫ ਇਹ ਐਗਜ਼ਾਮਪਲ ਇਸ ਕਰਕੇ ਦੇ ਰਹੇ ਹਾਂ, ਵੀ ਵਾਂਟ ਟੂ ਅੰਡਰਸਟੈਂਡ ਡਿਫਰੈਂਸ ਬਿਟਵੀਨ ਦ ਟਰਮ ਵਾਈਬ੍ਰੇਸ਼ਨ ਐਂਡ ਔਸੀਲੇਸ਼ਨ। ਮੋਟੇ ਤੌਰ 'ਤੇ ਵਾਈਬ੍ਰੇਸ਼ਨ ਜਿਹੜੀ ਟਰਮ ਹੈ ਕਿੱਥੇ ਵਰਤੀ ਜਾਏਗੀ? ਜਦੋਂ ਸਾਡੇ ਕੋਲ ਇੱਕ ਮਕੈਨੀਕਲ ਆਬਜੈਕਟ ਜਿਹੜਾ ਹੈਗਾ ਮਕੈਨੀਕਲ ਔਸੀਲੇਟ ਹੋਏਗਾ, ਫਿਜ਼ੀਕਲੀ ਕੋਈ ਬਾਡੀ ਟੂ ਐਂਡ ਫਰੋ ਮੂਵ ਕਰੇਗੀ, ਉਹਦੇ ਮੋਸ਼ਨ ਨੂੰ ਅਸੀਂ ਵਾਈਬ੍ਰੇਟਰੀ ਮੋਸ਼ਨ ਕਹਾਂਗੇ। ਸੀਕੁਐਂਸ ਆਫ ਸਟੈਪਸ, ਜਿਵੇਂ ਸਾਡੇ ਕੋਲੇ ਬੌਬ ਹੈ, ਇੱਥੋਂ ਕਿਸੇ ਵੇਲੇ ਇਹ ਇਸ ਪਾਸੇ ਜਾ ਰਹੀ ਸੀ, ਐਕਸਟ੍ਰੀਮ ਤੋਂ ਵਾਪਸ ਆਏ, ਮੀਨ 'ਚੋਂ ਹੁੰਦੀ ਹੋਈ ਦੂਸਰੀ ਐਕਸਟ੍ਰੀਮ ਪੋਜੀਸ਼ਨ 'ਤੇ ਪਹੁੰਚੀ, ਵਾਪਸ ਉੱਥੇ ਆ ਗਈ। ਅਸੀਂ ਇੱਥੋਂ ਸਟਾਰਟ ਕੀਤਾ ਸੀ, ਬੌਬ ਇੱਕ ਖਾਸ ਫੇਜ਼ ਦੇ ਵਿੱਚ ਸੀ, ਇਸ ਪਾਸੇ ਨੂੰ ਜਾ ਰਹੀ ਸੀ, ਕੁਝ ਸਮੇਂ ਬਾਅਦ ਦੁਬਾਰੇ ਉਸੇ ਫੇਜ਼ ਦੇ ਵਿੱਚ ਆ ਗਈ। ਜਿਹੜੇ ਦੋ ਸਕਸੈਸਿਵ ਫੇਜ਼ ਪੋਜੀਸ਼ਨਸ ਨੇ ਇਹਦੇ ਦਰਮਿਆਨ ਬਾਡੀ ਨੇ ਜਿੰਨਾ ਐਗਜ਼ੀਕਿਊਟ ਕੀਤਾ ਮੋਸ਼ਨ, ਉਸ ਮੋਸ਼ਨ ਦੇ ਪਾਰਟ ਨੂੰ ਅਸੀਂ ਇੱਕ ਵਾਈਬ੍ਰੇਸ਼ਨ ਕਹਾਂਗੇ। ਟਾਈਮ ਜਿੰਨਾ ਇਸ ਪਾਰਟ ਨੂੰ ਐਗਜ਼ੀਕਿਊਟ ਕਰਨ ਦੇ ਲਈ ਬਾਡੀ ਲੈਂਦੀ ਹੈ ਉਸ ਨੂੰ ਅਸੀਂ ਇਸ ਮੋਸ਼ਨ ਦਾ ਟਾਈਮ ਪੀਰੀਅਡ ਕਹਾਂਗੇ। ਇੱਥੇ ਅਸੀਂ ਇਹ ਨਹੀਂ ਕਹਾਂਗੇ ਪੈਂਡੂਲਮ ਔਸੀਲੇਟ ਕਰ ਰਿਹਾ, ਅਸੀਂ ਕਹਾਂਗੇ ਪੈਂਡੂਲਮ ਵਾਈਬ੍ਰੇਟ ਕਰ ਰਿਹਾ। ਇਹਦੀ ਇੱਕ ਵਾਈਬ੍ਰੇਸ਼ਨ ਦਾ ਟਾਈਮ ਪੀਰੀਅਡ ਅਸੀਂ ਨੋਟ ਕਰਾਂਗੇ, ਅਸੀਂ ਇਹ ਨਹੀਂ ਕਹਾਂਗੇ ਪੈਂਡੂਲਮ ਔਸੀਲੇਟ ਕਰ ਰਿਹਾ। ਦੇਅਰਫੋਰ ਜਿਹੜੀ ਟਰਮ ਵਾਈਬ੍ਰੇਸ਼ਨ ਹੈ ਇਟ ਇਜ਼ ਐਸੋਸੀਏਟਡ ਵਿਦ ਏ ਫਿਜ਼ੀਕਲ ਮੂਵਮੈਂਟ, ਇਹ ਮਕੈਨੀਕਲ ਮੋਸ਼ਨ। ਮਕੈਨੀਕਲ ਮੋਸ਼ਨ ਦਾ ਮਤਲਬ ਜਦੋਂ ਕੋਈ ਬਾਡੀ ਆਪਣੀ ਪੋਜੀਸ਼ਨ ਬਦਲ ਰਹੀ ਹੈ ਮਕੈਨੀਕਲੀ, ਫਿਜ਼ੀਕਲ ਆਬਜੈਕਟ ਹੈ, ਮੂਵ ਕਰ ਰਿਹਾ, ਉਹ ਜੀ ਮੂਵਮੈਂਟ
ਟੂ ਐਂਡ ਫਰੋ ਹੈ, ਉੱਥੇ ਮੋਸ਼ਨ ਨੂੰ ਅਸੀਂ ਵਾਈਬ੍ਰੇਟਰੀ ਮੋਸ਼ਨ ਕਹਾਂਗੇ। ਉਸ ਮੋਸ਼ਨ ਦੇ ਅੰਦਰ ਇੱਕ ਸੀਕੁਐਂਸ ਆਫ ਸਟੈਪਸ ਤੋਂ ਬਾਅਦ ਫਿਰ ਦੁਬਾਰੇ ਜਰਨੀ ਉਹੀ ਸਟਾਰਟ ਹੁੰਦੀ ਹੈ। ਉਹ ਸੀਕੁਐਂਸ ਆਫ ਸਟੈਪਸ ਜਿਹੜੇ ਹੈ ਦੈਟ ਕੌਨਸਟੀਟਿਊਟ ਵਨ ਵਾਈਬ੍ਰੇਸ਼ਨ, ਅਸੀਂ ਔਸੀਲੇਸ਼ਨ ਹੀ ਕਹਾਂਗੇ। ਜਦੋਂ ਕਿ ਜਿਹੜੀ ਔਸੀਲੇਸ਼ਨ ਟਰਮ ਕਿੱਥੇ ਯੂਜ਼ ਹੁੰਦੀ ਹੈ, ਇੱਥੇ ਕੀ ਚੇਂਜ ਹੋ ਰਿਹਾ, ਇੱਥੇ ਪਾਰਟੀਕਲ ਮੀਨ ਤੇ ਸੀ, ਉਹਦੀ ਡਿਸਪਲੇਸਮੈਂਟ ਚੇਂਜ ਹੋ ਰਹੀ ਹੈ, ਇੱਥੇ ਚਲੀ ਗਈ ਫਿਰ ਜ਼ੀਰੋ ਹੋ ਗਈ, ਡਿਸਪਲੇਸਮੈਂਟ ਨੈਗੇਟਿਵ ਹੋ ਗਈ ਫਿਰ ਜ਼ੀਰੋ ਹੋ ਗਈ, ਹੁਣ ਉਸੇ ਪਾਸੇ ਫਿਰ ਜਾ ਰਹੀ ਹੈ। ਕਿਹੜਾ ਪੈਰੀਮੀਟਰ ਚੇਂਜ ਹੋ ਰਿਹਾ ਇੱਥੇ, ਡਿਸਪਲੇਸਮੈਂਟ। ਇਸ ਕਰਕੇ ਇਸ ਮੋਸ਼ਨ ਨੂੰ ਅਸੀਂ ਇਸ ਜਿਹੜਾ ਮੋਸ਼ਨ ਹੈ ਇਹਦੇ ਇੱਕ ਪਾਰਟ ਨੂੰ ਅਸੀਂ ਇੱਕ ਵਾਈਬ੍ਰੇਸ਼ਨ ਕਹਾਂਗੇ। ਪਹਿਲਾਂ ਅਸੀਂ ਐਗਜ਼ਾਮਪਲ ਕੀਤੀ ਹੈ, ਚਾਰਜ ਫਲਕਚੁਏਟ ਕਰ ਰਿਹਾ, ਚੇਂਜ ਕਰ ਰਿਹਾ ਚਾਰਜ, ਇਸ ਕਰਕੇ ਉੱਥੇ ਕਿਉਂਕਿ ਚਾਰਜ ਬਦਲ ਰਿਹਾ, ਪੈਰਾਮੀਟਰ ਕਿਹੜਾ, ਮੈਗਨੀਚਿਊਡ ਆਫ ਚਾਰਜ। ਕਿਹੜਾ ਪੈਰਾਮੀਟਰ ਹੈ, ਮੈਗਨੀਚਿਊਡ ਆਫ ਚਾਰਜ। ਚਾਰਜ ਦੇ ਬਦਲਣ ਦੇ ਨਾਲ ਪਲੇਟਾਂ ਦੇ ਵਿਚਕਾਰ, ਕੈਪੈਸਿਟਰ ਦੀਆਂ ਪਲੇਟਾਂ ਦੇ ਵਿਚਕਾਰ ਕਿਹੜੀ ਚੀਜ਼ ਬਦਲ ਰਹੀ ਹੈ, ਸਟਰੈਂਥ ਆਫ ਇਲੈਕਟ੍ਰਿਕ ਫੀਲਡ। ਉੱਥੇ ਕਿਹੜਾ ਪੈਰਾਮੀਟਰ ਹੈ, ਇਲੈਕਟ੍ਰਿਕ ਫੀਲਡ। ਜਿਹੜੀ ਇੰਡਕਟਰ ਹੈ ਉਹਦੇ ਅਕਰੋਸ ਮੈਗਨੈਟਿਕ ਫੀਲਡ ਬਣ ਰਿਹਾ, ਉਹ ਚੇਂਜ ਹੋ ਰਿਹਾ, ਉੱਥੇ ਕਿਹੜਾ ਪੈਰਾਮੀਟਰ ਬਦਲ ਰਿਹਾ, ਮੈਗਨੈਟਿਕ ਫੀਲਡ। ਅਸੀਂ ਕੰਪੇਅਰ ਕਰ ਰਹੇ ਹਾਂ, ਇਸ ਜਗ੍ਹਾ ਪੈਂਡੂਲਮ ਦੇ ਕੇਸ ਦੇ ਵਿੱਚ ਕਿਹੜੀ ਚੀਜ਼ ਵੇਰੀ ਕਰ ਰਹੀ ਹੈ, ਡਿਸਪਲੇਸਮੈਂਟ। ਕੈਪੈਸਿਟਰ ਦੇ ਵਿੱਚ ਕਿਹੜੀ ਚੀਜ਼ ਵੇਰੀ ਕਰ ਰਹੀ ਹੈ, ਇਲੈਕਟ੍ਰਿਕ ਫੀਲਡ। ਕੋਇਲ ਦੇ ਵਿੱਚ ਕਿਹੜੀ ਚੀਜ਼ ਵੇਰੀ ਕਰ ਰਹੀ ਹੈ, ਮੈਗਨੈਟਿਕ ਫੀਲਡ। ਨਾਓ ਵੀ ਆਰ ਇਨ ਏ ਪੋਜੀਸ਼ਨ to distinguish vibration from oscillation. To and fro type of to and fro type of variation may also be called back and forth type of variation when the parameter which change back and forth belongs to a mechanical system. एक mechanical system है, एक mechanical system है, एक mechanical system है, ये भी एक mechanical system है, physical objects ने, then that parameter is said to be vibrating. However, for any other physical system, example electrical system, the parameter changing back and forth will be said to be oscillatory or oscillating. Example ਕੀ ਹੈ, AC field, E ਅਸੀਂ symbol ਲਿਆ, is said to be oscillatory. Now next ਸਾਡਾ ਜਿਹੜਾ learning object ਹੈ, ਇਹਦੇ ਵਿੱਚ ਅਸੀਂ ਵਿਜ਼ੂਅਲਾਈਜ਼ ਕਰਾਂਗੇ, ਪਿਕਚਰ ਬਣਾਵਾਂਗੇ ਵੀ ਹਾਊ SHM ਕੈਨ ਬੀ ਵਿਜ਼ੂਅਲਾਈਜ਼ਡ। ਇਹਦੇ ਲਈ ਮੈਂ ਹੈਡਿੰਗ ਬਣਾਇਆ, ਡਿਸਕ੍ਰਿਪਸ਼ਨ ਆਫ SHM ਐਜ਼ ਲੋਕਸ ਆਫ ਪ੍ਰੋਜੈਕਸ਼ਨਸ ਆਫ ਏ ਪਾਰਟੀਕਲ ਇਨ ਸਰਕੂਲਰ ਮੋਸ਼ਨ। ਆ ਇੱਕ ਸਾਡੇ ਕੋਲੇ ਇੱਕ ਸਰਕੂਲਰ ਟਰੈਕ ਅਸੀਂ ਬਣਾਇਆ, ਅਸਲ 'ਚ ਕੋਈ ਪਾਰਟੀਕਲ ਆਪਣੇ ਸਰਕੂਲਰ ਮੋਸ਼ਨ ਦੇ ਵਿੱਚ ਹੈ, ਇਹਦੇ ਸੈਂਟਰ ਆਫ ਮੋਸ਼ਨ O ਹੈ, ਸੈਂਟਰ ਆਫ ਮੋਸ਼ਨ ਲਾਈਜ਼ ਐਟ O। ਇੱਕ ਅਸੀਂ ਹੌਰੀਜ਼ੌਂਟਲ ਐਕਸਿਸ ਸੈਂਟਰ ਦੇ ਵਿੱਚੋਂ ਦੀ ਕੱਢਿਆ, ਹੌਰੀਜ਼ੌਂਟਲ ਐਕਸਿਸ ਹੋ ਗਿਆ, ਡਾਇਮੀਟਰਿਕ ਐਕਸਿਸ ਹੋ ਗਿਆ, ਇਹਦਾ ਨਾਂ ਅਸੀਂ X-OX ਲਿਖਿਆ। ਇਸ ਤਰ੍ਹਾਂ ਹੀ ਇੱਕ ਵਰਟੀਕਲ ਐਕਸਿਸ ਹੈ, YOY' ਲਿਆ। ਪਾਰਟੀਕਲ ਰੋਟੇਟ ਕਰ ਰਿਹਾ, ਕਿਸੇ ਵੇਲੇ ਉਹ ਇੱਥੋਂ ਦੀ ਨਿਕਲ ਰਿਹਾ ਸੀਗਾ, ਪਰ ਅਸੀਂ ਪਹਿਲੀ ਵਾਰ ਉਹਨੂੰ ਓਬਜ਼ਰਵ ਇੱਥੇ ਕੀਤਾ ਹੈ। ਸਾਡੀ ਜਿਹੜੀ ਪਾਰਟੀਕਲ ਨੂੰ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ, ਅਸੀਂ ਸਰਕਲ 'ਤੇ ਹੈ, ਅਸੀਂ ਕਿਵੇਂ ਆਇਡੈਂਟੀਫਾਈ ਕਰ ਰਹੇ ਹਾਂ, ਅਸੀਂ ਸੈਂਟਰ ਤੋਂ ਦੇਖ ਰਹੇ ਹਾਂ, ਅਸੀਂ ਇੱਥੇ ਹਾਂ, ਸੈਂਟਰ 'ਤੇ ਖੜ੍ਹੇ ਹਾਂ, ਸਾਡਾ ਜਿਹੜਾ ਓਬਜ਼ਰਵਰ ਹੈ ਉਹ ਸੈਂਟਰ 'ਤੇ ਹੈ। ਇਸ ਕਰਕੇ ਅਸੀਂ ਇੱਥੋਂ ਦੇਖ ਰਹੇ ਹਾਂ। ਕਿਵੇਂ ਦੇਖਾਂਗੇ, ਪਾਰਟੀਕਲ ਕਿੰਨੀ ਦੂਰ ਹੈ, ਰੇਡੀਅਸ ਵੈਕਟਰ ਦੱਸੇਗਾ ਕਿੰਨੀ ਦੂਰ ਹੈ, ਅਤੇ ਪਾਰਟੀਕਲ ਆਪਣੀ ਆ ਰੈਫਰੈਂਸ ਲਾਈਨ ਤੋਂ ਰੇਡੀਅਸ ਵੈਕਟਰ ਕਿੰਨਾ ਐਂਗਲ ਟਰੈਵਰਸ ਕਰ ਗਿਆ। ਇਸ ਕਰਕੇ ਸਾਡੇ ਕੋਲ ਦੋ ਪੈਰਾਮੀਟਰ ਹੋਣਗੇ, ਕਿੰਨੀ ਦੂਰ ਹੈ ਅਤੇ ਇਸ ਰੈਫਰੈਂਸ ਲਾਈਨ ਤੋਂ ਕਿੰਨੀ ਐਂਗੂਲਰ ਡਿਸਪਲੇਸਮੈਂਟ ਉਹਨੇ ਕਵਰ ਕਰ ਲਈ। ਪਹਿਲੀ ਵਾਰ ਅਸੀਂ ਓਬਜੈਕਟ ਨੂੰ P0 ਪੁਆਇੰਟ 'ਤੇ ਫਾਈਂਡ ਕਰ ਰਹੇ ਹਾਂ, ਅਤੇ ਅਸੀਂ ਕੀ ਦੇਖ ਰਹੇ ਹਾਂ ਵੀ ਪਾਰਟੀਕਲ ਓਬਜ਼ਰਵਰ ਤੋਂ ਇੰਨੀ ਦੂਰ ਹੈ, ਐਟ ਏ ਡਿਸਟੈਂਸ OP0। ਇਸ ਪੋਜੀਸ਼ਨ 'ਤੇ, ਇਸ ਪੋਜੀਸ਼ਨ ਨੂੰ ਅਸੀਂ ਕੋਆਰਡੀਨੇਟ ਕਿਹੜੇ ਦਿੱਤੇ ਆ, X0 Y0। ਨੋਟ ਦਾ ਮਤਲਬ X ਦੇ ਪੈਰ 'ਚ 0, Y ਦੇ ਪੈਰ ਦੇ ਵਿੱਚ 0। ਅਤੇ ਉਹਦੀ ਦੂਸਰਾ ਪੈਰਾਮੀਟਰ ਇਹਨੂੰ ਸਪੈਸੀਫਾਈ ਕਰ ਲਈ ਸਾਡੇ ਕੋਲੇ ਵੀ ਰੈਫਰੈਂਸ ਜਿਹੜੀ ਲਾਈਨ ਹੈ XOX'
इत्थों पार्टिकल का जो रेडियस वैक्टर है किन्ने एंगल ते ट्रवर्स हो गया, किन्नी एंगुलर डिसप्लेसमेंट उन्हें कवर कर चुकिया, ये फाई है। उस तो बाद कुछ टाइम बाद, क्योंकि पहली बार पार्टिकल ਅਸੀਂ ਇੱਥੇ ऑब्जर्व ਕੀਤਾ, ਇਸ ਕਰਕੇ ਸਾਡਾ ਜਿਹੜਾ ਟਾਈਮ ਹੈ ਅਸੀਂ ਇੱਥੋਂ ਸਟਾਰਟ ਕੀਤਾ ਹੈ, ਅਸੀਂ ਕਹਾਂਗੇ ਐਟ ਟਾਈਮ t = 0 ਪਾਰਟੀਕਲ ਵਾਸ ਐਟ ਪੁਆਇੰਟ p 0, ਇਸ ਕਰਕੇ ਇਨੀਸ਼ੀਅਲ ਪੋਜੀਸ਼ਨ ਹੈ ਤੇ ਇਸ ਕਰਕੇ ਕੁਝ ਟਾਈਮ ਬਾਅਦ ਪਾਰਟੀਕਲ p ਪੁਆਇੰਟ ਤੇ ਚਲਾ ਜਾਂਦਾ ਹੈ ਜਿੱਥੇ ਉਹਦੀ ਪੋਜੀਸ਼ਨ xy ਹੈ, ਇਸ ਕਰਕੇ t ਟਾਈਮਸ ਪਾਰਟੀਕਲ ਕਿੱਥੇ ਮਿਲੇਗਾ ਸਾਨੂੰ p ਪੁਆਇੰਟ ਤੇ। ਕਿੰਨੀ ਦੂਰ ਹੈ OP, ਸਾਡੀ ਰੈਫਰੈਂਸ ਲਾਈਨ ਤੋਂ ਕਿੰਨਾ ਦੂਰ ਹੈ ਐਂਗੂਲਰ ਡਿਸਪਲੇਸਮੈਂਟ ਥੀਟਾ, ਆਹ ਤੁਹਾਨੂੰ ਦਿਖ ਰਿਹਾ ਥੀਟਾ। ਇਸ ਕਰਕੇ ਅਸੀਂ ਲਿਖ ਰਹੇ ਹਾਂ ਲੈਟ ਏ ਪਾਰਟੀਕਲ ਐਗਜ਼ੀਕਿਊਟਿੰਗ SH ਵਾਸ ਐਟ P0 ਐਟ ਟਾਈਮ t 0 and reaches P at time t = t, let OP = R, radius of circular track from triangle। ਇਹ ਸਾਡੇ ਕੋਲ ਆਹ ਟ੍ਰਾਇੰਗਲਸ ਨੇ, ਇਹਦੀ ਆਹ ਸਾਈਡ x ਹੈ ਤੇ ਆਹ ਸਾਈਡ y ਹੋਏਗੀ, ਕਿਉਂਕਿ ਇਹਦੇ ਕੋਆਰਡੀਨੇਟ x ਤੇ y ਨੇ। ਅਸੀਂ ਟ੍ਰਿਗਨੋਮੈਟ੍ਰਿਕ ਸਿੰਪਲ ਰਿਲੇਸ਼ਨ ਨਾਲ ਅਸੀਂ ਦੇਖ ਸਕਦੇ ਹਾਂ ਵੀ x ਕਿਹਦੇ ਬਰਾਬਰ ਹੋਏਗਾ, x/r will be cos of this angle theta, ਤੇ y ਇਹ y ਕੀ ਹੈ, ਆਹ ਡਿਸਟੈਂਸ ਅਲੋਂਗ y ਐਕਸਿਸ, ਤੇ ਇਹ ਡਿਸਟੈਂਸ ਡਾਇਆਮੀਟਰਿਕ ਲਾਈਨ ਤੇ ਵੀ ਸਾਡੇ ਕੋਲ ਦਿਖ ਰਿਹਾ ON ਦੇ ਬਰਾਬਰ ਹੈ। ਇਸ ਕਰਕੇ y/r ਕੀ ਹੋ ਜਾਏਗਾ, r sin ਥੀਟਾ। ਥੀਟਾ ਐਂਗਲ ਅਸਲ 'ਚ ਕਿਹਦੇ ਬਰਾਬਰ ਹੈ, ਆਹ ਐਂਗਲ ਫਾਈ। ਜਦੋਂ ਪਹਿਲੀ ਵਾਰ ਆਬਜੈਕਟ ਨੂੰ ਇੱਥੇ ਦੇਖਿਆ ਸੀ P0 ਤੇ, ਆਲਰੇਡੀ ਪਾਰਟੀਕਲ ਕਿੱਥੇ ਸੀਗਾ, ਉਹਨੇ ਆਪਣੀ ਰੈਫਰੈਂਸ ਲਾਈਨ ਤੋਂ ਫਾਈ ਐਂਗਲ ਉੱਪਰ ਜਾ ਚੁੱਕਿਆ ਸੀ। ਇਸ ਫਾਈ ਨੂੰ ਅਸੀਂ ਇਨੀਸ਼ੀਅਲ ਫੇਜ਼ ਵੀ ਕਹਿੰਦੇ ਵੀ ਪਾਰਟੀਕਲ ਸਾਡੇ ਤੋਂ ਕਿੰਨੀ ਦੂਰ ਹੈ ਤੇ ਉਹ ਕਿੱਥੇ ਹੈ, ਰੈਫਰੈਂਸ ਲਾਈਨ ਤੋਂ ਕਿੰਨਾ ਉੱਪਰ ਥੱਲੇ ਹੈ, ਕਿੰਨਾ ਬਾਈ ਐਂਗੂਲਰ ਡਿਸਪਲੇਸਮੈਂਟ ਕਿੰਨਾ ਉੱਪਰ ਥੱਲੇ ਹੈ। ਇਸ ਕਰਕੇ ਫਾਈ ਨੂੰ ਅਸੀਂ ਇਨੀਸ਼ੀਅਲ ਫੇਜ਼ ਵੀ ਕਵਾਂਗੇ। ਪਰ ਥੀਟਾ ਜਿਹੜਾ ਐਂਗਲ ਇੱਥੇ ਦੇਖ ਰਹੇ ਹਾਂ, ਇਹ ਦੋ ਐਂਗਲਾਂ ਦਾ ਸਮ ਹੈ, ਫਾਈ ਤੇ ਆਹ ਐਂਗਲ, ਜਿਹੜਾ ਆਹ ਐਂਗਲ ਹੈ, ਇਹ ਐਂਗਲ ਕਿਹੜਾ P0 OP। ਇਸ ਕਰਕੇ ਅਸੀਂ ਥੀਟਾ ਨੂੰ ਕਿਹਦੇ ਬਰਾਬਰ ਲਿਖਿਆ, ਫਾਈ ਪਲੱਸ ਐਂਗਲ P0 OP, ਤੇ ਥੀਟਾ = ਫਾਈ ਪਲੱਸ ਓਮੇਗਾ ਟੀ। ਓਮੇਗਾ ਟੀ ਕਿਵੇਂ ਆ ਗਿਆ ਸਾਡੇ ਕੋਲ, ਕਿਉਂਕਿ ਡੈਫੀਨੇਸ਼ਨ ਹੈ ਇੱਕ ਜਿਹੜੀ ਓਮੇਗਾ ਹੈ ਕਿ ਐਂਗੂਲਰ ਵੈਲੋਸਿਟੀ ਹੈ। ਵੈਲੋਸਿਟੀ ਨੂੰ ਅਸੀਂ ਡਿਫਾਈਨ ਕਰਦੇ ਹੁੰਦੇ ਹਾਂ ਡਿਸਪਲੇਸਮੈਂਟ ਅਪੋਨ ਟਾਈਮ। Angular velocity is defined as displacement upon time। Angular displacement फिर किहदे बराबर होएगी, एंगल P0 OP डैश किहदे बराबर होएगा, ओमेगा इंटू टी। देयरफॉर क्योंकि असी एक पार्टिकल सर्कल च घूम रहा, ओमेगा इहदी एंगुलर वेलोसिटी है। एंगुलर वेलोसिटी की होंदी है, डिसप्लेसमेंट, एंगुलर डिसप्लेसमेंट अपॉन टाइम। टी टाइम पार्टिकल कितों कितों गया सीगा, P0 तो इत्थे गया सी, इस करके टाइम t है, एंगुलर डिसप्लेसमेंट P0 OP डैश है, P0 OP है, तो रेशो की डिफाइन करेगी ओमेगा। ओमेगा नूं असीं एंगुलर वेलोसिटी लिखिया, इस करके थीटा नूं असीं फाई प्लस ओमेगा टी लिखिया। आ जिहड़े रिलेशन ने इहदे करके एक्स किहदे बराबर हो गया, आर कॉस ओमेगा टी प्लस फाई एंड वाई = आर साइन ओमेगा टी प्लस फाई। इत्थे एक्स ते वाई है की ने, ਅਸੀਂ ਕੀ ਦੇਖਦੇ ਹਾਂ, ਜਦੋਂ ਸਰਕੂਲਰ ਪਾਰਟੀਕਲ x ਤੋਂ ਇੱਥੇ ਪਹੁੰਚ ਰਿਹਾ, ਅਸੀਂ ਇਸ ਪਾਰਟੀਕਲ ਦਾ ਪ੍ਰੋਜੈਕਸ਼ਨ ਡਰਾ ਕਰੀਏ। ਪ੍ਰੋਜੈਕਸ਼ਨ ਕੀ ਹੁੰਦਾ, ਉਹ ਤੋਂ ਪਰਪੈਂਡੀਕੂਲਰ ਡਰਾ ਕਰੀਏ ਡਾਇਆਮੀਟਰ ਦੇ ਉੱਪਰ। ਸਪੋਜ਼ y ਐਕਸਿਸ ਤੇ ਡਰਾ ਕਰੀਏ ਤਾਂ ਪ੍ਰੋਜੈਕਸ਼ਨ ਇਹਦਾ ਇੱਥੇ ਲਾਈ ਕਰੇਗਾ। ਜਦੋਂ ਪਾਰਟੀਕਲ ਇੱਥੇ ਪਹੁੰਚੇਗਾ ਪ੍ਰੋਜੈਕਸ਼ਨ ਇੱਥੇ ਹੋਏਗਾ, ਜਦੋਂ ਇੱਥੇ ਪਹੁੰਚੇਗਾ ਪ੍ਰੋਜੈਕਸ਼ਨ n ਤੇ ਹੈ, ਜਦੋਂ ਇੱਥੇ ਪਹੁੰਚੇਗਾ ਪ੍ਰੋਜੈਕਸ਼ਨ ਇੱਥੇ ਹੀ ਹੋਏਗਾ। ਇਹਦਾ ਮਤਲਬ ਪਾਰਟੀਕਲ ਨੇ ਜਦੋਂ ਇੰਨਾ ਪਾਥ ਟਰੈਵਲ ਕੀਤਾ, ਇਹਦਾ ਜਿਹੜਾ ਪ੍ਰੋਜੈਕਸ਼ਨ ਹੈ ਹੁਣ O ਤੋਂ ਇਸ ਪੁਆਇੰਟ ਤੱਕ ਗਿਆ। ਇਸ ਤੋਂ ਅੱਗੇ ਪਾਰਟੀਕਲ ਜੇ ਅੱਗੇ ਹੋਰ ਜਾਂਦਾ ਤਾਂ ਪ੍ਰੋਜੈਕਸ਼ਨ ਇੱਥੇ ਪਹੁੰਚ ਜਾਏਗਾ। ਜੇ ਪਾਰਟੀਕਲ ਇੱਥੇ ਪਹੁੰਚਦਾ ਅੱਗੇ ਆਪਣੀ ਜਰਨੀ ਕੰਟੀਨਿਊ ਕਰਦਾ, ਪ੍ਰੋਜੈਕਸ਼ਨ ਇੱਥੋਂ ਇੱਥੇ ਪਹੁੰਚ ਜਾਏਗਾ। ਜਦੋਂ ਇੱਥੇ ਜਾਏਗਾ ਪ੍ਰੋਜੈਕਸ਼ਨ ਵਾਪਸ ਇੱਥੇ ਪਹੁੰਚ ਜਾਏਗਾ। ਦੇਅਰਫੋਰ ਇੱਕ ਰੋਟੇਸ਼ਨ ਪਾਰਟੀਕਲ ਨੇ ਲਗਾਈ ਹੈ ਸਰਕਲ ਦੇ ਵਿੱਚ, ਤੇ ਉਹਦੇ ਪ੍ਰੋਜੈਕਸ਼ਨ ਨੇ ਕੀ ਕੀਤਾ, ਆਹ ਜਰਨੀ, ਫਿਰ ਮੀਨ ਵੱਲ ਜਰਨੀ, ਦੂਸਰੇ ਪਾਸੇ ਜਰਨੀ, ਫਿਰ ਇੱਥੇ ਜਰਨੀ। ਦੇਅਰਫੋਰ ਇਹ ਜਿਹੜਾ ਪ੍ਰੋਜੈਕਸ਼ਨ ਹੈ ਉਹਦਾ ਮੋਸ਼ਨ ਇੱਕ ਟੂ ਐਂਡ ਫਰੋ ਟਾਈਪ ਹੈ। ਵੀ ਦੇਅਰਫੋਰ ਅਸੀਂ ਸਮਝ ਸਕਦੇ ਹਾਂ ਵੀ ਜਦੋਂ ਕੋਈ ਪਾਰਟੀਕਲ ਸਰਕਲ ਦੇ ਵਿੱਚ ਰੋਟੇਟ ਕਰ ਰਿਹਾ, ਜਾਂ ਉਹਦਾ ਮੋਸ਼ਨ ਸਰਕੂਲਰ ਹੈ,
ਉਹਦਾ ਜਿਹੜਾ ਪ੍ਰੋਜੈਕਸ਼ਨ ਹੈ ਡਾਇਆਮੀਟਰ ਦੇ ਉਹ ਟੂ ਐਂਡ ਫਰੋ ਟਾਈਪ ਹੈ। ਤਾਂ ਅਸੀਂ ਕਿਸੇ ਨੂੰ ਕਹਿ ਸਕਦੇ ਹਾਂ ਵੀ ਜਿਹੜਾ ਜੇ ਅਸੀਂ SHM ਬਾਰੇ ਦੱਸਣਾ ਹੋਵੇ ਅਸੀਂ ਕਹਾਂਗੇ ਵੀ ਇੱਕ ਸਰਕਲ ਦੇ ਵਿੱਚ ਪਾਰਟੀਕਲ ਘੁੰਮ ਰਿਹਾ, ਉਹਦੇ ਪ੍ਰੋਜੈਕਸ਼ਨ ਦਾ ਕਿੱਥੇ ਪ੍ਰੋਜੈਕਸ਼ਨ ਲੈਣਾ, ਡਾਇਆਮੀਟਰਾਂ ਤੇ। ਉਹਦਾ ਜਿਹੜੇ ਪ੍ਰੋਜੈਕਸ਼ਨ ਡਾਇਆਮੀਟਰਾਂ ਦੇ ਜਿਸ ਤਰ੍ਹਾਂ ਮੂਵ ਕਰਨਗੇ ਉਸ ਮੋਸ਼ਨ ਨੂੰ ਅਸੀਂ SHM ਕਹਾਂਗੇ। ਕੈਟਾਗਰੀ ਕਿਹੜੀ ਚ ਲਾਈ ਕਰਨਗੇ, ਟੂ ਐਂਡ ਫਰੋ ਕੈਟਾਗਰੀ ਦੇ ਵਿੱਚ ਲਾਈ ਕਰਨਗੇ। ਅਸੀਂ ਦੇਖ ਰਹੇ ਹਾਂ ਵੀ ਇਸ ਪਾਸੇ ਨੂੰ ਕੋਆਰਡੀਨੇਟ y ਦੀ ਵੈਲਿਊ ਚੇਂਜ ਹੋ ਰਹੀ ਹੈ, ਇੱਥੇ y ਦੀ ਵੈਲਿਊ 0 ਹੈ, ਇੱਥੇ ਮੈਕਸਿਮਮ, ਫਿਰ y ਦੀ ਵੈਲਿਊ ਘਟਣ ਲੱਗ ਪੈਂਦੀ ਹੈ, ਪੋਜ਼ਿਟਿਵ ਹੀ ਰਹਿੰਦੀ ਹੈ, ਇੱਥੇ 0 ਹੋ ਜਾਂਦੀ ਹੈ, ਫਿਰ ਨੈਗੇਟਿਵ ਹੋਣ ਲੱਗ ਪੈਂਦੀ ਹੈ, ਵਧਣ ਲੱਗ ਪੈਂਦੀ ਹੈ, ਇੱਥੇ ਪਹੁੰਚ ਜਾਂਦੀ ਹੈ, ਮੈਕਸਿਮਮ ਨੈਗੇਟਿਵ ਹੋ ਗਈ, ਦੈਨ ਇਟ ਰਿਟਰਨਸ ਬੈਕ, y ਦੀ ਵੈਲਿਊ ਨੈਗੇਟਿਵ ਰਹਿੰਦੀ ਹੈ ਪਰ ਘਟੀ ਜਾਂਦੀ ਹੈ। ਦੇਅਰਫੋਰ ਜਿਹੜੀ y ਪੈਰਾਮੀਟਰ ਹੈ ਉਹ ਚੇਂਜ ਹੋ ਰਿਹਾ, 0 ਵੀ ਹੁੰਦਾ, ਮੈਕਸਿਮਮ ਪੋਜ਼ਿਟਿਵ ਵੀ ਹੁੰਦਾ ਤੇ ਮੈਕਸਿਮਮ ਨੈਗੇਟਿਵ ਵੀ ਹੁੰਦਾ। ਇਹ ਮੈਕਸਿਮਮ ਵੈਲਿਊ ਜਿੰਨੀ ਬਣਦੀ ਹੈ y ਦੀ ਵੱਧ ਤੋਂ ਵੱਧ ਜਿੰਨੀ ਵੈਲਿਊ ਕਿੰਨੀ ਬਣਦੀ ਹੈ, ਜਿੰਨਾ ਪਾਰਟੀਕਲ ਇਹ ਸਰਕੂਲਰ ਟਰੈਕ ਦਾ ਰੇਡੀਅਸ ਹੈ ਉਸ ਨੂੰ ਅਸੀਂ ਇਸ y ਦੀ ਮੈਕਸਿਮਮ ਵੈਲਿਊ ਕਹਿੰਦੇ ਹਾਂ। ਇਹਦਾ ਐਂਪਲੀਟਿਊਡ ਕਵਾਂਗੇ, SHM ਦਾ ਐਂਪਲੀਟਿਊਡ ਕਿੰਨਾ ਹੈ, ਇਸ ਕੇਸ ਦੇ ਵਿੱਚ y ਦੀ ਵੈਲਿਊ ਵੱਧ ਤੋਂ ਵੱਧ ਕਿੰਨੀ ਬਣੇਗੀ, ਜਿੰਨਾ r ਹੈ। ਦੇਅਰਫੋਰ ਅਸੀਂ ਕੀ ਦੇਖਦੇ ਹਾਂ, ਵੀ ਸੀ ਇਹ ਪਾਰਟੀਕਲ ਰੋਟੇਟਿੰਗ ਕਲੌਕਵਾਈਜ਼ ਰੋਟੇਟ ਕਰ ਰਿਹਾ ਐਂਡ ਇਟਸ ਪ੍ਰੋਜੈਕਸ਼ਨ ਔਨ y, ਉਹ y ਡੈਸ਼ diameter moving from O to N, N to O, O to Y, sorry, Y to O, O to Y dash, back Y dash to O. The projection moves to and fro. This is not from, it is to and fro. Its motion can be described by its position Y. ਇਸ ਕਰਕੇ ਇਹ ਜਿਹੜਾ ਪ੍ਰੋਜੈਕਸ਼ਨ ਦਾ ਜਿਹੜਾ ਮੋਸ਼ਨ ਹੈ, ਇਹ ਲਾਈਨ ਲਿਖਣ ਦਾ ਮਤਲਬ ਕੀ ਹੈ, ਜਿਹੜਾ ਪ੍ਰੋਜੈਕਸ਼ਨ ਦਾ ਜਿਹੜਾ ਮੋਸ਼ਨ ਹੈ ਉਹਨੂੰ y ਦੀ ਵੈਲਿਊ ਟਾਈਮ ਦੇ ਨਾਲ ਕਿਵੇਂ ਚੇਂਜ ਹੁੰਦੇ ਉਹਦੇ ਦੁਆਰਾ ਅਸੀਂ ਡਿਸਕ੍ਰਾਈਬ ਕਰ ਸਕਦੇ ਹਾਂ। ਕੀਤਾ ਵੀ ਹੋਇਆ ਇੱਥੇ, ਕਿਵੇਂ ਡਿਸਕ੍ਰਾਈਬ ਕੀਤਾ ਹੋਇਆ, y = r sin omega t plus phi. Therefore, as we have seen in the first page, y = r sin omega t plus phi. Thus, the to and fro motion can be represented by trigonometric sine function or cosine function. ਦੂਸਰਾ ਜਿਹੜਾ ਸਾਡੇ ਕੋਲ ਪ੍ਰੋਜੈਕਸ਼ਨ ਸੀਗਾ, ਜੇ ਅਸੀਂ ਉਹਨੂੰ ਅਲੋਂਗ ਐਸ ਐਕਸਿਸ ਤੇ ਲੈਣਾ ਹੋਵੇ, ਇੱਥੋਂ ਪ੍ਰੋਜੈਕਸ਼ਨ ਜਦੋਂ ਪਾਰਟੀਕਲ ਇੱਥੇ ਸੀ, ਪ੍ਰੋਜੈਕਸ਼ਨ ਦੀ ਵੈਲਿਊ ਇੱਥੇ ਹੀ ਸੀ, ਇਸੇ ਪੁਆਇੰਟ ਤੇ ਸੀ, ਤਾਂ ਕਿੰਨੀ ਦੂਰ ਸੀ ਉਹ ਤੋਂ, ਮੈਕਸਿਮਮ ਇੰਨੀ ਦੂਰ ਸੀ, r ਜਿੰਨੀ ਡਿਸਟੈਂਸ ਦੂਰ ਸੀ। ਜਦੋਂ ਇੱਥੇ ਪਹੁੰਚ ਗਿਆ ਪ੍ਰੋਜੈਕਸ਼ਨ ਇੱਥੇ ਲਾਈ ਕਰੇਗਾ ਤਾਂ ਇੰਨੀ ਦੂਰ ਹੋ ਗਿਆ। ਜਦੋਂ ਇੱਥੇ ਪਹੁੰਚ ਗਿਆ ਪ੍ਰੋਜੈਕਸ਼ਨ ਇੰਨੀ ਦੂਰ, ਜਦੋਂ ਇੱਥੇ ਪਹੁੰਚ ਗਿਆ ਪ੍ਰੋਜੈਕਸ਼ਨ ਓਰੀਜਨ ਤੇ ਆ ਕੇ 0 ਵੈਲਿਊ ਹੋ ਗਈ। ਦੇਅਰਫੋਰ ਅਸੀਂ ਇਸ ਪ੍ਰੋਜੈਕਸ਼ਨ ਦੇ ਮੋਸ਼ਨ ਨੂੰ ਇਨ ਟਰਮਸ ਆਫ ਐਕਸਪ੍ਰੈਸ ਕਰ ਸਕਦੇ ਹਾਂ। ਉਹਦੇ ਲਈ ਇਕੁਏਸ਼ਨ ਸਾਡੇ ਕੋਲ ਹੈਗੀ x = r cos omega t plus phi। ਕੋਈ ਇੱਕ ਇਕੁਏਸ਼ਨ ਲੈ ਲਾਂਗੇ, ਇਹਦਾ ਮਤਲਬ SHM ਨੂੰ ਡਿਸਕ੍ਰਾਈਬ ਕਰਨ ਲਈ ਆਈਦਰ ਵੀ ਟੇਕ y = r sin omega t plus phi or we take x = r cos omega t plus phi। ਨੈਕਸਟ ਜਿਹੜਾ ਸਾਡਾ objective ਹੈ ਇਹ ਅੰਡਰਸਟੈਂਡ ਕਰਨ ਦਾ ਹੈ y to and fro motion is called harmonic motion। ਦੇਖੋ ਟੂ ਐਂਡ ਫਰੋ ਮੋਸ਼ਨ, ਪ੍ਰੋਜੈਕਸ਼ਨ ਦਾ ਮੋਸ਼ਨ ਟੂ ਐਂਡ ਫਰੋ ਸੀ, ਉਹਦੇ ਲਈ ਅਸੀਂ y ਤੇ x ਰਾਹੀਂ ਡਿਸਕ੍ਰਾਈਬ ਕਰਦੇ ਹਾਂ ਟੂ ਐਂਡ ਫਰੋ ਨੂੰ। ਅਸੀਂ ਦੇਖਦੇ ਹਾਂ ਜਿਹੜਾ ਟੂ ਐਂਡ ਫਰੋ ਹੈ ਉਹਦੇ ਵਿੱਚ ਸਾਈਨ ਤੇ ਕੋਸਾਈਨ ਫੰਕਸ਼ਨਸ ਆਉਂਦੇ ਆ, ਕਿਉਂਕਿ ਜਿਹੜਾ ਸਾਈਨ ਫੰਕਸ਼ਨ ਦਾ ਜਿਹੜੀ ਗ੍ਰਾਫਿਕਲ ਰਿਪਰੈਜੈਂਟੇਸ਼ਨ ਹੈ ਉਹ ਇਸ ਤਰ੍ਹਾਂ ਦੀ ਹੈ। ਇਹਦੇ ਵਿੱਚ ਇੱਕ ਸਾਈਕਲਿਕ ਪ੍ਰੋਸੈਸ ਹੈ, ਇੱਥੋਂ ਤੱਕ ਸਾਈਨ ਫੰਕਸ਼ਨ ਆਪਣੀਆਂ ਕੁਝ ਵੈਲਿਊਜ਼ ਲੈਂਦਾ, ਕੁਝ ਸਮੇਂ ਲਈ ਪੋਜ਼ਿਟਿਵ, ਕੁਝ ਐਂਗਲਸ ਲਈ ਨੈਗੇਟਿਵ। ਉਦੋਂ ਬਾਅਦ ਜੇ ਐਂਗਲ ਵੱਧਦਾ ਹੈ ਕੋਈ ਨਵੀਂ ਚੀਜ਼ ਨਹੀਂ ਆਉਂਦੀ, ਇੱਕ ਉਹੀ ਸਾਈਕਲ ਦੀ ਰੈਪੀਟੀਸ਼ਨ ਹੋ ਜਾਂਦੀ ਹੈ। ਜਿਵੇਂ ਟੂ ਐਂਡ ਫਰੋ ਦੇ ਵਿੱਚ ਰੈਪੀਟੀਸ਼ਨ ਹੁੰਦੀ ਹੈ, ਸਾਈਨ ਤੇ ਕੋਸਾਈਨ ਫੰਕਸ਼ਨ ਦੇ ਵਿੱਚ ਵੀ ਰੈਪੀਟੀਸ਼ਨ ਹੁੰਦੀ ਹੈ। ਇਸ ਕਰਕੇ ਸਾਈਨ ਤੇ ਜਿਹੜੇ ਕੋਸਾਈਨ ਫੰਕਸ਼ਨਸ ਨੇ ਇਹਨਾਂ ਨੂੰ ਮੈਥੇਮੈਟਿਕਸ ਦੇ ਵਿੱਚ ਅਸੀਂ ਹਾਰਮੋਨਿਕ ਫੰਕਸ਼ਨਸ ਇਸ ਕਰਕੇ ਕਹਿੰਦੇ ਆ ਵੀ ਹਾਰਮੋਨੀਸਿਟੀ, ਹਾਰਮਨੀ ਦਾ ਮਤਲਬ ਕੀ ਹੁੰਦਾ, ਇੱਕ ਤਾਲਮੇਲ। ਇੱਕ ਤਾਲਮੇਲ ਕੀ ਹੁੰਦਾ, ਉਸ ਤਰ੍ਹਾਂ ਦੀਆਂ ਚੀਜ਼ਾਂ ਦਾ ਵਾਰੀ-ਵਾਰੀ ਬਣਨਾ। ਇਸ ਕਰਕੇ ਕਿਉਂਕਿ
ਸਾਈਨ ਥੀਟਾ ਦੀਆਂ ਵੈਲਿਊਜ਼ ਕੁਝ ਐਂਗਲ ਤੋਂ ਬਾਅਦ 2π ਤੋਂ ਬਾਅਦ ਫਿਰ ਰੈਪੀਟੀਸ਼ਨ ਹੁੰਦੀ ਹੈ। ਇਸ ਕਰਕੇ ਇਹਦੀਆਂ ਵੈਲਿਊ ਦੇ ਵਿੱਚ ਇੱਕ ਹਾਰਮਨੀ ਹੈ, ਇੱਕ ਤਾਲਮੇਲ ਹੈ, ਇੱਕ ਸੁਰਤ ਹੈ। ਇਸ ਕਰਕੇ ਸਾਈਨ ਤੇ ਕੋਸਾਈਨ ਜਿਹੜੇ ਫੰਕਸ਼ਨ ਨੇ ਮੈਥਮੈਟਿਕਲੀ ਦੇ ਆਰ ਕਾਲਡ ਹਾਰਮੋਨਿਕ ਫੰਕਸ਼ਨਸ, ਕਿਉਂਕਿ ਟੂ ਐਂਡ ਫਰੋ ਵੀ ਤਾਂ ਰੈਪੀਟੀਸ਼ਨ ਹੈ। ਮੈਥਮੈਟਿਕਲੀ ਅਸੀਂ ਸ਼ੋ ਕੀਤਾ ਹੈ ਵੀ ਇਟ ਕੈਨ ਬੀ ਐਕਸਪ੍ਰੈਸਡ ਇਨ ਟਰਮਸ ਆਫ ਸਾਈਨ ਐਂਡ ਕੋਸਾਈਨ ਫੰਕਸ਼ਨਸ। ਦੇਅਰਫੋਰ ਸਾਈਨ ਤੇ ਕੌਸ ਕਿਉਂਕਿ ਹਾਰਮੋਨਿਕ ਫੰਕਸ਼ਨਸ ਨੇ ਤਾਂ ਟੂ ਐਂਡ ਫਰੋ ਮੋਸ਼ਨ ਇਹਨਾਂ ਦੁਆਰਾ ਐਕਸਪ੍ਰੈਸ ਕੀਤਾ ਜਾ ਸਕਦਾ, ਬੀਇੰਗ ਐਕਸਪ੍ਰੈਸਡ in terms of sine or cosine function. To and fro motion is called harmonic motion. क्योंकि ਜਿਹੜਾ ਇਹ SHM ਹੈ, ਟੂ ਐਂਡ ਫਰੋ ਹੈ, ਇਹਦੇ ਵਿੱਚ ਕੋਈ ਯੂਨੀਫਾਰਮ ਮੋਸ਼ਨ ਨਹੀਂ ਹੈਗਾ। ਇਟ ਇਜ਼ ਐਨ ਐਕਸਲਰੇਟਡ ਮੋਸ਼ਨ। ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਪੋਜੀਸ਼ਨਸ ਤੇ ਜਿਹੜੀ ਵੈਲੋਸਿਟੀ ਹੈ ਉਹ ਅਲੱਗ-ਅਲੱਗ ਹੋਏਗੀ। ਜਿਵੇਂ ਇਸ ਪੁਆਇੰਟ ਤੋਂ ਜਦੋਂ ਆਕਸੀਲੇਟ ਕਰ ਰਿਹਾ, ਵਾਈਬ੍ਰੇਟ ਕਰ ਰਿਹਾ, ਜਦੋਂ ਇੱਥੋਂ ਪਾਸ ਕਰੇਗਾ ਹੋਰ ਵੈਲੋਸਿਟੀ ਨਾਲ ਪਾਸ ਕਰੇਗਾ, ਕਿਉਂਕਿ ਇੱਥੋਂ ਰਿਟਰਨ ਕਰ ਰਿਹਾ, ਇੱਥੋਂ ਵਾਪਸ ਆ ਰਿਹਾ ਇਹਨਾਂ ਪੋਜੀਸ਼ਨ ਤੋਂ। ਰਿਟਰਨ ਤਾਂ ਕਰੇਗਾ ਨਾ ਜੇ ਵੈਲੋਸਿਟੀ ਇੱਥੇ ਇੱਕ ਵਾਰੀ 0 ਹੋ ਜਾਏਗੀ। ਇਹਦਾ ਮਤਲਬ ਇਸ ਪੁਆਇੰਟ ਤੋਂ ਇੱਥੇ ਤੱਕ ਆਉਂਦਾ ਇਹਦੀ ਵੈਲੋਸਿਟੀ ਲਗਾਤਾਰ ਇਨਕਰੀਜ਼ ਕਰਦੀ ਹੈ। ਇੱਥੋਂ ਅੱਗੇ ਜਾਣ ਵੇਲੇ ਵੈਲੋਸਿਟੀ ਲਗਾਤਾਰ ਘਟਣ ਲੱਗ ਪੈਂਦੀ ਹੈ। ਵੈਲੋਸਿਟੀ ਦੇ ਵਿੱਚ ਚੇਂਜ ਆ ਰਹੀ ਹੈ, ਅਲੱਗ-ਅਲੱਗ ਪੋਜੀਸ਼ਨ ਤੇ ਵੈਲਿਊ ਵੈਲੋਸਿਟੀ ਦੀ ਅਲੱਗ-ਅਲੱਗ ਹੈ। ਤੇ ਫਿਰ ਵੈਲੋਸਿਟੀ ਜੇ ਚੇਂਜ ਹੋ ਰਹੀ ਹੈ ਤਾਂ ਐਕਸਲੇਸ਼ਨ ਵੀ ਬਣੇਗਾ। ਦੇਅਰਫੋਰ ਇਹ ਜਿਹੜੀ ਨੈਕਸਟ ਸਾਡਾ ਜਿਹੜਾ ਸਲਾਈਡ ਹੈ ਜਾਂ ਸਾਡਾ ਜਿਹੜਾ ਪੇਜ ਹੈ, ਇਹਦੇ ਵਿੱਚ ਵੈਲੋਸਿਟੀ ਤੇ ਐਕਸਲੇਸ਼ਨ ਨੂੰ ਅਸੀਂ ਰਿਲੇਸ਼ਨਸ ਆਇਡੈਂਟੀਫਾਈ ਕਰਨੇ ਆ ਸਿੰਪਲ ਮੈਥਡ ਆਫ ਡਿਫਰੈਂਸ਼ੀਏਸ਼ਨ, ਕੰਸੈਪਟ ਆਫ ਡਿਫਰੈਂਸ਼ੀਏਸ਼ਨ। ਇਹਦੇ ਵਿੱਚ ਸਾਨੂੰ ਪਤਾ ਹੈ ਵੀ ਜਿਹੜੀ y ਹੈ ਟੂ ਐਂਡ ਫਰੋ ਮੋਸ਼ਨ ਦੀ ਗੱਲ ਹੋ ਰਹੀ ਹੈ। ਟੂ ਐਂਡ ਫਰੋ ਮੋਸ਼ਨ ਦੇ ਲਈ ਜਿਹੜੀ y ਮੀਨਸ ਪੋਜੀਸ਼ਨ ਆਫ ਪ੍ਰੋਜੈਕਸ਼ਨ ਔਰ ਪੋਜੀਸ਼ਨ ਆਫ ਆਬਜੈਕਟ ਜਿਹੜਾ SHM ਦੇ ਵਿੱਚ ਹੈ ਕਿਸੇ ਵੀ ਟਾਈਮ t ਤੇ ਉਹਦੀ ਜਿਹੜੀ y ਦੀ ਵੈਲਿਊ ਹੈ ਇਟ ਇਜ਼ r sin omega t plus phi। r ਕੀ ਹੈ? ਇਜ਼ ਦ ਮੈਕਸਿਮਮ ਵੈਲਿਊ ਆਫ y, ਕਿਉਂਕਿ ਸਾਈਨ ਦੀ ਵੱਧ ਤੋਂ ਵੱਧ ਵੈਲਿਊ 1 ਹੁੰਦੀ ਹੈ। ਜਦੋਂ 1 ਹੋਏਗੀ ਤਾਂ y ਦੀ ਵੈਲਿਊ ਮੈਕਸਿਮਮ ਹੋਏਗੀ। ਦੇਅਰਫੋਰ r ਕੀ ਹੈ? ਇਟ ਇਜ਼ ਦ ਮੈਕਸਿਮਮ ਵੈਲਿਊ ਦੈਟ y ਕੈਨ ਅਟੇਨ। ਇਸ ਕਰਕੇ r ਨੂੰ ਅਸੀਂ ਕਹਿੰਦੇ ਆ ਐਂਪਲੀਟਿਊਡ। ਇਟ ਇਜ਼ ਕਾਲਡ ਐਂਪਲੀਟਿਊਡ। y ਇਜ਼ ਡਿਸਪਲੇਸਮੈਂਟ। y ਕੀ ਹੈ? ਟਾਈਮ t ਤੇ ਕਿੰਨੀ ਡਿਸਪਲੇਸਮੈਂਟ ਕਵਰ ਚੁੱਕਿਆ? ਕੌਣ? ਉਹ ਪਾਰਟੀਕਲ ਜਿਹੜਾ SHM ਐਕਸੀਕਿਊਟ ਕਰ ਰਿਹਾ। ਇਸ ਇਕੁਏਸ਼ਨ ਦਾ ਮਤਲਬ ਕੀ ਹੈ? ਕੋਈ ਟੂ ਐਂਡ ਫਰੋ ਮੋਸ਼ਨ ਹੈ, ਕਿਉਂਕਿ ਸਾਈਨ ਆ ਰਿਹਾ, ਸਾਈਨ ਫੰਕਸ਼ਨ ਆ ਰਿਹਾ। ਸਾਈਨ ਫੰਕਸ਼ਨ ਦੇ ਵਿੱਚ ਵੈਲਿਊਜ਼ ਕੁਝ ਸਮੇਂ ਲਈ ਪੋਜ਼ਿਟਿਵ ਵੈਲਿਊਜ਼, ਕੁਝ ਨੈਗੇਟਿਵ, ਫਿਰ ਰੈਪੀਟੀਸ਼ਨ। ਇਸ ਕਰਕੇ ਬੈਕ ਐਂਡ ਫੋਰਥ ਵੈਲਿਊਜ਼, ਬੈਕ ਐਂਡ ਫੋਰਥ ਇਹ ਜਿਹੜਾ ਫੰਕਸ਼ਨ ਹੈ ਬੈਕ ਐਂਡ ਫੋਰਥ ਜਿਹੜੀ ਚੇਂਜ ਹੋ ਰਹੀ ਹੈ ਉਹਨੂੰ ਰਿਪਰੈਜ਼ੈਂਟ ਕਰ ਰਿਹਾ। ਤਾਂ y ਫਿਰ ਕੀ ਹੋਏਗਾ? ਇਹਦੀਆਂ ਵੈਲਿਊਜ਼ ਵੀ ਬੈਕ ਐਂਡ ਫੋਰਥ ਹੋਣਗੀਆਂ, ਟੂ ਐਂਡ ਫਰੋ ਹੋਣਗੀਆਂ। ਤਾਂ ਆ ਜਿਹੜੀ ਇਕੁਏਸ਼ਨ ਹੈ ਇਹ SHM ਹਾਰਮੋਨਿਕ ਮੋਸ਼ਨ ਨੂੰ ਰਿਪਰੈਜ਼ੈਂਟ ਕਰੇਗੀ, ਟੂ ਐਂਡ ਫਰੋ ਮੋਸ਼ਨ ਨੂੰ ਰਿਪਰੈਜ਼ੈਂਟ ਕਰੇਗੀ। ਤਾਂ y ਵੱਧ ਤੋਂ ਵੱਧ ਕਿੰਨੀ ਦੂਰ ਜਾ ਸਕਦੀ ਆਪਣੀ ਮੀਨ ਤੋਂ? r ਜਿੰਨੀ ਦੂਰ ਜਾ ਸਕਦੀ ਹੈ। ਇਸ ਕਰਕੇ y ਕਿਸੇ ਟਾਈਮ ਕਿੰਨੀ ਦੂਰ ਹੈ? t ਟਾਈਮ ਤੇ ਕਿੰਨੀ ਦੂਰ ਹੈ? ਉਹ y ਦੂਰ ਹੈ, ਇੰਨੀ ਦੂਰ ਹੈ। ਉਹ ਵੈਲਿਊ ਕਿੰਨੀ ਦੂਰ ਹੈ? r sin omega t plus phi। y ਕੀ ਹੈ? ਡਿਸਪਲੇਸਮੈਂਟ ਕਵਰਡ ਇਨ ਟਾਈਮ t। ਕਿਨੇ? ਬਾਈ ਏ ਪਾਰਟੀਕਲ ਵਿਚ ਇਜ਼ ਐਗਜ਼ੀਕਿਊਟਿੰਗ SHM। ਬਾਈ ਡੈਫੀਨੇਸ਼ਨ ਵੈਲੋਸਿਟੀ ਕੀ ਹੁੰਦਾ ਹੈ? ਰੇਟ ਆਫ ਚੇਂਜ ਆਫ ਪੋਜੀਸ਼ਨ। t ਟਾਈਮ ਤੇ ਪੋਜੀਸ਼ਨ y ਹੈ, ਇਹਦੀ ਚੇਂਜ ਇਨ ਪੋਜੀਸ਼ਨ ਦੇਖਣਾ ਹੋਵੇ ਰੇਟ ਆਫ ਚੇਂਜ ਆਫ ਪੋਜੀਸ਼ਨ ਡਿਫਰੈਂਸ਼ੀਏਟ ਕਰਾਂਗੇ ਵਿਦ ਰਿਸਪੈਕਟ ਟੂ t dy by dt ਤੇ ਕੀ ਬਣ ਜਾਏਗਾ? ਵੈਲੋਸਿਟੀ ਕੀ ਬਣ ਗਿਆ ਰਿਲੇਸ਼ਨ? ਅਸੀਂ ਇਹਨੂੰ ਡਿਫਰੈਂਸ਼ੀਏਟ ਕੀਤਾ, ਇਟ ਬਿਕਮਸ r omega cos omega t plus phi, ਕਿਉਂਕਿ ਸਾਈਨ ਦੀ ਡਿਫਰੈਂਸ਼ੀਏਸ਼ਨ cos ਹੁੰਦੀ ਹੈ। ਆ ਸਾਡੇ ਕੋਲ ਜਿਹੜਾ ਆਰਗੂਮੈਂਟ ਹੈ ਇਹਦੀ ਡਿਫਰੈਂਸ਼ੀਏਸ਼ਨ ਸਾਨੂੰ ਲੱਗ ਤੋਂ ਕਰਾਂਗੇ ਤਾਂ ਸਾਡੇ ਕੋਲ ਓਮੇਗਾ ਆ ਜਾਏਗੀ। d dt ਆਫ ਦਿਸ ਬ੍ਰੈਕਟਡ ਫੈਕਟਰ ਇਹਦੀ ਕੌਂਸਟੈਂਟ ਦੀ 0 ਹੋ ਜਾਏਗੀ। omega t ਦੀ ਡਿਫਰੈਂਸ਼ੀਏਸ਼ਨ ਓਮੇਗਾ ਤਾਂ ਇਟ ਬਿਕਮਸ r omega cos omega t plus phi। ਤਾਂ ਵੈਲੋਸਿਟੀ ਲਈ ਕੀ ਰਿਲੇਸ਼ਨ ਬਣ ਗਿਆ? r omega cos omega t plus phi। ਮੈਂ r omega ਨੂੰ v0 ਕਿਹਾ ਕਿਉਂਕਿ r ਵੀ ਕੌਂਸਟੈਂਟ ਹੈ, omega ਵੀ ਕੌਂਸਟੈਂਟ ਹੈ। v0 ਕੀ ਹੈ?
v ਦੀ ਵੈਲਿਊ ਐਸ ਤੇ ਡਿਪੈਂਡ ਕਰਦੀ ਹੈ ਕੋਸਾਈਨ ਦੀ ਵੈਲਿਊ ਵੱਧ ਤੋਂ ਵੱਧ ਕਿੰਨੀ ਹੁੰਦੀ ਹੈ 1। ਇਸ ਕਰਕੇ ਜਦੋਂ ਵੈਲਿਊ 1 ਹੋਏਗੀ v ਦੀ ਵੈਲਿਊ v ਨੋਟ ਇਟ ਵਿਲ ਬੀ ਦਾ ਮੈਕਸਿਮਮ ਵੈਲਿਊ। v ਦੀ ਵੈਲਿਊ ਵੱਧ ਤੋਂ ਵੱਧ ਕਿੰਨੀ ਹੋਏਗੀ ਜਦੋਂ cos ਦੀ ਵੈਲਿਊ 1 ਹੋਵੇ। ਇਸ ਕਰਕੇ v ਨੋਟ ਕੀ ਹੈ ਮੈਕਸਿਮਮ ਵੈਲਿਊ v। ਇਸ ਕਰਕੇ ਇਸ ਨੂੰ ਵੈਲੋਸਿਟੀ ਐਂਪਲੀਟਿਊਡ ਕਹਿੰਦੇ ਆ। ਜੇ ਤੁਹਾਨੂੰ ਨਿਊਮੈਰੀਕਲ ਆਵੇ ਵੀ ਫਾਈਂਡ ਦਾ ਵੈਲੋਸਿਟੀ ਐਂਪਲੀਟਿਊਡ, ਇਹਦਾ ਮਤਲਬ ਤੁਸੀਂ ਕੀ ਕਰਨਾ ਹੈ ਯੂ ਆਰ ਟੂ ਫਾਈਂਡ ਦਾ ਪ੍ਰੋਡਕਟ ਆਫ r and omega, r and omega, omega is angular velocity. Then acceleration by definition is the rate of change of position with respect to time. ਅਸੀਂ ਇਹਨੂੰ ਇੱਕ ਵਾਰੀ ਫੇਰ ਡਿਫਰੈਂਸ਼ੀਏਟ ਕੀਤਾ, cos ਦੀ ਮਾਈਨਸ ਸਾਈਨ ਹੋ ਗਿਆ, ਇੱਥੋਂ ਇੱਕ ਓਮੇਗਾ ਆ ਜਾਏਗਾ, ਇਟ ਵਿਲ ਬੀ ਮਾਈਨਸ r, ਇੱਕ ਓਮੇਗਾ ਆਏਗਾ ਇੱਥੇ, ਇੱਕ ਓਮੇਗਾ ਇੱਥੇ ਬਾਹਰ ਆ ਜਾਏਗਾ, it become r omega square with negative sign cos this differentiation sign बन जाएगी। therefore साढ़े को एक्सलेशन की ਲਈ ਕੀ ਰਿਲੇਸ਼ਨ ਆ ਗਿਆ ਮਾਈਨਸ r omega square। ਆ ਜਿਹੜੀ ਸਾਈਨ ਦੀ ਵੈਲਿਊ ਅਸੀਂ ਇੱਥੋਂ ਲੈ ਲਈ, ਸਾਈਨ ਓਮੇਗਾ ਟੀ ਚਲੋ y upon r ਅਸੀਂ ਪੁੱਟ ਕੀਤਾ, r ਨਾਲ r ਕੈਂਸਲ ਹੋ ਗਿਆ, ਸਾਡੇ ਕੋਲ ਆ ਗਿਆ ਮਾਈਨਸ ਓਮੇਗਾ ਸਕੁਅਰ y, a is equal to minus omega square y, omega is constant। ਕੀ ਹੋ ਗਿਆ ਜਦੋਂ constant ਮਲਟੀਪਲਾਈ ਹੋ ਜਾਏ ਉਹਦਾ ਮਤਲਬ ਕੀ ਹੁੰਦਾ ਹੈ ਵੀ ਜਿਹੜੀ ਲੈਫਟ ਹੈਂਡ ਸਾਈਡ ਤੇ ਕੁਆਂਟੀਟੀ ਹੈ ਜਿਹੜਾ ਵੇਰੀਏਬਲ ਹੈ ਇਹ ਵੇਰੀ ਕਰ ਰਿਹਾ, ਐਕਸਲੇਸ਼ਨ ਚੇਂਜ ਹੋ ਰਿਹਾ, ਦੂਸਰੇ ਪਾਸੇ y ਵੀ ਚੇਂਜ ਹੋ ਰਿਹਾ, ਦੋ ਵੇਰੀਏਬਲ ਨੇ, ਆ ਇੱਕ ਕਾਂਸਟੈਂਟ ਹੈ। ਤਾਂ ਕੀ ਦੱਸਦੇ ਹੁੰਦੇ ਆ variable on left hand side is proportional to variable on the right hand side, a is proportional to y। ਨੈਗੇਟਿਵ ਸਾਈਨ ਦਾ ਮਤਲਬ y ਦੇ ਵਧਣ ਦੇ ਨਾਲ ਐਕਸਲੇਸ਼ਨ ਵੀ ਵੱਧਦਾ ਹੈ, ਚੇਂਜ ਹੁੰਦਾ ਹੈ, y ਦੇ ਘਟਣ ਦੇ ਨਾਲ a ਵੀ ਘਟਦਾ ਹੈ, ਪਰ ਐਕਟ ਕਿੱਧਰ ਕਰਦਾ ਹੈ ਜਿੱਧਰ y ਬਣ ਰਿਹਾ, ਜਿੱਧਰ ਡਿਸਪਲੇਸਮੈਂਟ ਹੋ ਰਹੀ ਹੈ a is directed opposite, ਵੱਧਦਾ ਰਿਹਾ ਪਰ ਦੂਸਰੀ ਸੈਂਸ ਦੇ ਵਿੱਚ ਵੱਧ ਰਿਹਾ। thus ਫਾਰ ਸਿੰਪਲ ਹਾਰਮੋਨਿਕ ਮੋਸ਼ਨ ਇੱਕ ਬੜਾ ਇੰਪੋਰਟੈਂਟ ਕਰੈਕਟਰਿਸਟਿਕ ਹੈ ਸਿੰਪਲ ਹਾਰਮੋਨਿਕ ਮੋਸ਼ਨ ਦਾ। ਕਿੱਥੋਂ ਸਟਾਰਟ ਕੀਤਾ ਸੀ ਇੱਥੋਂ, ਅਸੀਂ ਇੱਥੇ ਪਹੁੰਚ ਗਏ ਤਾਂ ਸਾਡੇ ਕੋਲ ਕੀ ਆਇਆ ਐਕਸਲੇਸ਼ਨ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਡਿਸਪਲੇਸਮੈਂਟ ਐਂਡ ਇਟ ਇਜ਼ ਡਾਇਰੈਕਟਡ ਆਪੋਜ਼ਿਟ ਟੂ ਡਿਸਪਲੇਸਮੈਂਟ। ਕਿਸੇ ਵੀ ਤੁਹਾਨੂੰ ਇੱਕ ਮੈਥਮੈਟੀਕਲ ਇਕੁਏਸ਼ਨ ਦਿੱਤੀ ਹੋਵੇ ਤੁਸੀਂ ਦੱਸਣਾ ਵੀ ਕੀ ਇਹ ਜਿਹੜਾ ਮੋਸ਼ਨ ਹੈ ਕੀ ਇਹ SHM ਹੋ ਸਕਦਾ ਹੈ। ਜੇ ਤੁਸੀਂ ਇਹ ਪ੍ਰੂਵ ਕਰ ਸਕੋਗੇ ਵੀ ਐਕਸਲੇਸ਼ਨ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ y ਡਿਸਪਲੇਸਮੈਂਟ, ਦੈਨ ਇਹਦਾ ਮਤਲਬ ਉਹ ਜਿਹੜੀ ਇਕੁਏਸ਼ਨ ਜਿਸ ਵੀ ਮੋਸ਼ਨ ਲਈ ਤੁਹਾਨੂੰ ਇਕੁਏਸ਼ਨ ਦਿੱਤੀ ਹੈ ਉਹ ਮੋਸ਼ਨ ਇਸ ਕੈਟੇਗਰੀ ਦੇ ਮੋਸ਼ਨ ਨੂੰ ਬਿਲੋਂਗ ਕਰਦਾ ਹੋਏਗਾ simple harmonic motion। Thus for SHM acceleration is directly proportional to minus of displacement। Then we can see what would be the relation between velocity, acceleration and displacement। दो तरीके नाल कर सकते हैं। For a particle to be in SHM, the variation of its position with respect to time is given by y is equal to r sin omega t plus phi। ਅਸੀਂ ਇਸ ਇਕੁਏਸ਼ਨ ਤੋਂ ਵੀ ਸਟਾਰਟ ਕਰ ਸਕਦੇ ਹਾਂ, ਡਿਸਪਲੇਸਮੈਂਟ ਤੋਂ ਸਟਾਰਟ ਕੀਤਾ ਅਸੀਂ ਦੂਸਰੇ ਮੈਥਡ ਨਾਲ ਵੈਲੋਸਿਟੀ ਤੋਂ ਸਟਾਰਟ ਕਰਕੇ ਵੀ ਕਰ ਸਕਦੇ ਹਾਂ, ਉਹ ਇੱਥੇ ਦਿੱਤਾ ਹੋਇਆ। ਮੰਨ ਲਓ ਅਸੀਂ ਡਿਸਪਲੇਸਮੈਂਟ ਦੀ ਇਕੁਏਸ਼ਨ ਤੋਂ ਸਟਾਰਟ ਕੀਤਾ v is equal to r sin omega t plus phi। ਸਾਈਨ ਨੂੰ ਅਸੀਂ ਰੋਡ ਦੇ ਅੰਦਰ ਲਿਜਾ ਕੇ ਸਕੇਅਰ ਕਰਕੇ ਲਿਖ ਲਿਆ ਫਾਰ ਆਵਰ ਕਨਵੀਨੀਅੰਸ, ਕਿਉਂਕਿ ਅਸੀਂ ਸਾਈਨ ਸਕੇਅਰ ਦੀ ਜਿਹੜੀ ਵੈਲਿਊ ਹੈ ਉਹਨੂੰ ਚੇਂਜ ਕਰਨਾ ਚਾਹੁੰਦੇ ਹਾਂ 1 ਮਾਈਨਸ cos ਸਕੇਅਰ ਓਮੇਗਾ ਟੀ। ਅਸੀਂ ਇੱਥੇ ਪਹੁੰਚ ਗਏ, cos ਸਕੇਅਰ ਓਮੇਗਾ ਟੀ ਦੀ ਵੈਲਿਊ ਸਾਨੂੰ ਕਿੱਥੋਂ ਮਿਲੇਗੀ ਕਿਉਂਕਿ ਅਸੀਂ ਵੈਲੋਸਿਟੀ ਦੀ ਰਿਲੇਸ਼ਨ ਡਿਸਪਲੇਸਮੈਂਟ ਤੇ ਵੈਲੋਸਿਟੀ 'ਚ ਰਿਲੇਸ਼ਨ ਡਰਾਈਵ ਕਰਨਾ ਹੈ। ਅਸੀਂ ਵੈਲੋਸਿਟੀ ਦਾ ਜਿਹੜਾ ਰਿਲੇਸ਼ਨ ਦੇਖਦੇ ਹਾਂ ਵੈਲੋਸਿਟੀ ਦੇ ਲਈ ਸਾਡੇ ਕੋਲ ਇੱਥੇ ਇੱਕ ਰਿਲੇਸ਼ਨ ਹੈ, ਤਾਂ cos ਓਮੇਗਾ ਟੀ ਪਲੱਸ ਪਾਈ ਕੀ ਬਣ ਜਾਏਗਾ v ਅਪੋਨ r ਓਮੇਗਾ, ਇੱਥੇ ਦਾ ਸਕੇਅਰ ਆ v ਸਕੇਅਰ ਅਪੋਨ r ਸਕੇਅਰ ਮਾਈਨਸ ਓਮੇਗਾ ਸਕੇਅਰ। ਨੈਕਸਟ ਸਟੈਪ ਦੇ ਵਿੱਚ ਸਾਡੇ ਕੋਲ LCM ਹੈ r ਸਕੇਅਰ ਓਮੇਗਾ ਸਕੇਅਰ ਮਾਈਨਸ v ਸਕੇਅਰ ਅਪੋਨ r ਸਕੇਅਰ ਓਮੇਗਾ ਸਕੇਅਰ, r ਸਕੇਅਰ ਓਮੇਗਾ ਸਕੇਅਰ ਮਾਈਨਸ v ਸਕੇਅਰ। ਆ r ਸਕੇਅਰ ਬਾਹਰ r ਬਣ ਕੇ ਆ ਜਾਏਗਾ, r ਨਾਲ r ਕੈਂਸਲ ਹੋ ਜਾਏਗਾ। ਓਮੇਗਾ ਸਕੇਅਰ ਦਾ ਰੂਟ ਅਸੀਂ ਅੰਡਰ ਰੂਟ ਲਿਆ ਓਮੇਗਾ ਆ ਗਿਆ,
ओमेगा ਨੂੰ y ਨਾਲ ਮਲਟੀਪਲਾਈ ਕੀਤਾ, ਇੱਥੇ ਕੀ ਰਹੇਗਾ ਸਾਡੇ ਕੋਲੇ r ਸਕੁਅਰ ਓਮੇਗਾ ਸਕੁਅਰ ਮਾਈਨਸ v ਸਕੁਅਰ ਰੂਟ ਸਕੁਅਰ ਕੀਤਾ ਦੋਨੇ ਪਾਸੇ ਓਮੇਗਾ ਸਕੁਅਰ y ਸਕੁਅਰ ਇਜ਼ੀਕਲ ਟੂ r ਸਕੁਅਰ ਓਮੇਗਾ ਸਕੁਅਰ ਮਾਈਨਸ v ਸਕੁਅਰ ਨੂੰ ਇੱਕ ਪਾਸੇ ਰੱਖਿਆ, ਉਧਰ ਲੈ ਗਏ, ਇਹਨੂੰ ਇੱਧਰ ਲੈ ਕੇ ਆਏ, ਦੋਨਾਂ ਦੇ ਵਿੱਚ ਓਮੇਗਾ ਸਕੁਅਰ ਕਾਮਨ ਆ ਜਾਏਗਾ, ਅਸੀਂ ਬਾਹਰ ਕੱਢਿਆ, ਇਟ ਬਿਕਮਸ r ਸਕੁਅਰ ਮਾਈਨਸ y ਸਕੁਅਰ, ਦੇਅਰਫੋਰ v ਇਜ਼ ਇਕੁਅਲ ਟੂ ਓਮੇਗਾ रूट लिया सारे का ओमेगा रूट ऑफ r ਸਕੁਅਰ माइनस y ਸਕੁਅਰ। यही रिलेशन सानू मिलेगा जे असी वेलोसिटी तो स्टार्ट करते हैं इक्वेशन, असी इत्थे डिस्प्लेसमेंट तो स्टार्ट किया सी, हुण असी वेलोसिटी तो स्टार्ट करते हैं। इट इज इक्वल टू r ओमेगा cos ओमेगा t प्लस फाइव, r ओमेगा cos नूं असी लिख लिया रूट ऑफ 1 माइनस साइन ਸਕੁਅਰ ओमेगा t प्लस फाइव, जिथे साइन की वैल्यू है उत्थे असी डिस्प्लेसमेंट वाली वैल्यू y अपॉन r ले लिया, y स्क्वेयर अपॉन r स्क्वेयर माइनस y स्क्वेयर अपॉन r स्क्वेयर, r स्क्वेयर नाल बाहर आके r कैंसल हो जाएगा, इट इज़ ओमेगा r स्क्वेयर माइनस y स्क्वेयर। देयरफॉर व्हाट वी कंक्लूड, इस रिलेशन तो असी v की वैल्यू किस चीज़ पर डिपेंड करती है, ओमेगा भी कॉन्सटेंट है, r भी कॉन्सटेंट है, कौन चेंज हो रहा है, y चेंज हो रहा है, v डिपेंड्स अपॉन y, v डिपेंड्स अपॉन y, ਜਦੋਂ y की वैल्यू क्योंकि माइनस तो बाद y आउंदी है, जिन्नी वैल्यू y की वध होएगी उन्ना ही आ फैक्टर घट होएगा, उन्नी वेलोसिटी घट होएगी। y की वैल्यू कित्थे मैक्सिमम जाके हुंदी है, एक्सट्रीम पोजीशन ते जाके मैक्सिमम हुंदी है y की वैल्यू कित्थे जाके मैक्सिमम हुंदी है, इत्थे जाके इत्थे y की वैल्यू कित्थे मैक्सिमम हुंदी सी, एक्सट्रीम पोजीशन ते किन्नी हुंदी है r, देयरफोर ਜਦੋਂ y की वैल्यू r बन जाएगी मैक्सिमम हो जाएगी, उदों v कितनी हो जाएगी, 0। देयरफोर कित्थे वेलोसिटी मिनीमम है, ਜਦੋਂ पार्टिकल अपने एक्सट्रीम पोजीशन ते पहुँचता उदों वेलोसिटी बिकम 0, तो वेलोसिटी मैक्सिमम कदों है, बॉडी मैक्सिमम वेलोसिटी v इज इक्वल टू r ओमेगा मैक्सिमम वेलोसिटी, y की वैल्यू 0 होएगी जदों, उदों वैल्यू कितनी होएगी, r ओमेगा, ये मैक्सिमम वैल्यू होएगी। दिस इंप्लाइज बॉडी एग्जीक्यूटिंग SHM पासिस थ्रू इट्स मीन पोजीशन विद मैक्सिमम वेलोसिटी। असीं की देख रहे हैं भी जिहड़ा ऑब्जैक्ट है, जिहड़ा प्रोजैक्शन है, जदों मीन चों पास करेगा मैक्सिमम वेलोसिटी नाल पास करेगा, एक्सट्रीम ते दी वेलोसिटी कितनी हो जाएगी, 0 हो जाएगी। सिमिलरली वी कैन सी भी वेलोसिटी ਦੇ ਵਿੱਚ ਇੱਥੇ ਵੱਧ ਤੋਂ ਵੱਧ ਚੇਂਜ ਹੁੰਦੀ ਹੈ, ਇਸ ਕਰਕੇ ਇੱਥੇ ਐਕਸਲੇਸ਼ਨ ਕੀ ਹੁੰਦਾ, ਮੈਕਸਿਮਮ ਹੁੰਦਾ ਹੈ, ਇੱਥੇ ਐਕਸਲੇਸ਼ਨ ਮਿਨੀਮਮ ਹੋਏਗਾ, ਕਿਉਂਕਿ ਬੇਸ਼ੱਕ वेलोसिटी ਮੈਕਸਿਮਮ ਨਾਲ ਪਾਸ ਕਰ ਰਿਹਾ ਪਰ ਇੱਥੇ ਚੇਂਜ ਮਿਨੀਮਮ ਹੈ, ਇੱਥੇ ਚੇਂਜ ਮੈਕਸਿਮਮ ਹੈ, ਡਾਇਰੈਕਸ਼ਨ ਰਿਟਰਨ ਕਰ ਲੈਂਦਾ। देयरफॉर जिन्ना पोजीशनस ते वेलोसिटी मैक्सिमम है उन्ना पोजीशन ते एक्सलेशन मिनीमम, जिथे वेलोसिटी मैक्सिमम है वो तो उत्थे एक्सलेशन मिनीमम, जिन्ना ते वेलोसिटी मिनीमम है उत्थे एक्सलेशन मैक्सिमम। बच्चों नैक्सट जिहड़ा असीं लैक्चर है, ताकि जिहड़ा तुहाडा वीडियो है ज़्यादा वड्डी ना बन जाए, मैं नैक्सट इनू रिकॉर्ड करके इस नाल लिंक करांगा। कोई भी तुहानूं समस्या होवे इनू अंडरस्टैंड करो, योर क्वेरीज आर वैलकम, तुसीं मैनूं WhatsApp कर सकते हो, तो मैं तुहानूं इहदा एक लिंक बना के तुहानूं सेंड कर रहा। आई होप यू मस्ट हैव अंडरस्टूड what I have tried to teach you. Thank you so much.